ਸੁਭਾਗ ਸਾਨੂੰ ਪ੍ਰਾਪਤ ਹੋਇਆ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਵੱਲੋਂ ਉਚਾਰਨ ਕੀਤੀ ਹੋਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਲੜੀਵਾਰ ਵਿਚਾਰ ਆਪਾਂ ਲੰਬੇਰੇ ਸਮੇਂ ਤੋਂ ਸਰਵਣ ਕਰਦੇ ਆ ਰਹੇ ਹਾਂ। ਅੱਜ ਦੀ ਜੋ ਸ਼ਬਦ ਦੀ ਵਿਚਾਰ ਹੈ 13ਵੀਂ ਅਸ਼ਟਪਦੀ ਦਾ ਇਹ 8ਵਾਂ ਪਦਾ ਹੈ। ਪਿਛਲੇ 7 ਪਦਿਆਂ ਦੇ ਵਿੱਚ ਰੋਜ਼ਾਨਾ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਸਾਨੂੰ ਸ਼ਬਦ ਬਖਸ਼ਿਸ਼ ਕਰਦੇ ਰਹੇ ਕਿ ਸੰਤ ਦੀ ਨਿੰਦਿਆ ਕਰਨ ਵਾਲਾ ਬੰਦਾ ਕਦੀ ਟਿਕ ਕੇ ਨਹੀਂ ਬਹਿੰਦਾ ਤੇ ਸੰਤਾਂ ਦੀ ਨਿੰਦਿਆ ਕਰਨ ਵਾਲੇ ਬੰਦੇ ਨੂੰ ਦਰਗਾਹ ਦੇ ਵਿੱਚ ਥਾਂ ਨਹੀਂ ਮਿਲਦੀ। ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਨ ਵਾਲਾ ਬੰਦਾ ਹਤਿਆਰਾ ਹੈ ਅਤੇ ਅਕਾਲ ਪੁਰਖ ਪਰਮਾਤਮਾ ਜੀ ਦੇ ਪਿਆਰਿਆਂ ਦੀ ਨਿੰਦਿਆ ਕਰਨ ਵਾਲੇ ਬੰਦੇ ਦੀ ਜੜ ਕੋਈ ਨਹੀਂ ਹੁੰਦੀ। ਭਾਵ ਕਿ ਉਹਦਾ ਕੋਈ ਦੀਨ ਧਰਮ ਨਹੀਂ ਹੁੰਦਾ, ਕੋਈ ਵਿਸ਼ਵਾਸ ਭਰੋਸਾ ਨਹੀਂ ਹੁੰਦਾ ਕਿ ਕੁਝ ਵੀ ਕਰ ਸਕਦਾ ਹੈ, ਉਹਦਾ ਕੋਈ ਭਰੋਸਾ ਨਹੀਂ ਹੈਗਾ। ਫਿਰ ਕਿਤੇ ਉਹ ਬੰਦਾ ਹਰ ਵਕਤ ਇਉਂ ਤੜਫਦਾ ਰਹਿੰਦਾ ਹੈ ਕਿ ਜਿਵੇਂ ਮਛਲੀ ਜਿਹੜੀ ਹੈ ਪਾਣੀ ਤੋਂ ਬਿਨਾਂ ਤੜਫਦੀ ਰਹਿੰਦੀ ਹੈ। ਸੋ ਆਖਰਕਾਰ ਜਦੋਂ ਅਖੀਰਲੀ 8ਵੀਂ ਅਸ਼ਟਪਦੀ ਆਈ, ਕਿਉਂਕਿ ਹੁਣ ਬੰਦਾ ਇਹੀ ਸੋਚੇਗਾ ਨਾ ਵੀ ਸ਼ਾਇਦ ਮੇਰਾ ਭਲਾ ਹੀ ਨਹੀਂ ਹੋ ਸਕਣਾ, ਹੁਣ ਮੈਂ ਨਿੰਦਿਆ ਦੇ ਵਿੱਚ ਪੈ ਚੁੱਕਿਆ ਹਾਂ, ਨਿੰਦਿਆ ਕਰਨ ਲੱਗ ਪਿਆ ਤੇ ਮੇਰਾ ਤਾਂ ਹੁਣ ਭਲਾ ਨਹੀਂ ਹੋ ਸਕਦਾ, ਹੁਣ ਮੈਂ ਡੁੱਬਾ ਹੀ ਪਿਆ ਵਾਂ। ਇਸ ਕਰਕੇ ਅਖੀਰਲੀ 8ਵੇਂ ਪਦੇ ਦੇ ਵਿੱਚ ਮਹਾਰਾਜ ਗੁਰੂ ਅਰਜਨ ਸਾਹਿਬ ਜੀਆਂ ਨੇ ਉਸ ਬੰਦੇ ਨੂੰ ਹੌਸਲਾ ਦਿੱਤਾ ਵੀ ਨਹੀਂ, ਤੂੰ ਤਰ ਸਕਦਾ ਹੈ, ਤੂੰ ਬਚ ਸਕਦਾ ਹੈ, ਤੇਰਾ ਭਲਾ ਹੋ ਸਕਦਾ ਹੈ। ਤੇ ਉਹ ਹੁਣ ਮਨੁੱਖ ਕਹਿੰਦਾ ਵੀ ਮੇਰਾ ਭਲਾ ਕਿਵੇਂ ਹੋ ਸਕਦਾ ਹੈ, ਮੈਂ ਤਾਂ ਨਿੰਦਿਆ ਬਹੁਤ ਕੀਤੀ ਹੈ, ਬੁਰਾ ਚਿਤਵਦਾ ਰਿਹਾ, ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦਾ ਰਿਹਾ, ਦੂਜਿਆਂ ਨੂੰ ਮਾੜਾ ਕਹਿੰਦਾ ਰਿਹਾ। ਤੇ ਗੁਰਬਾਣੀ ਦਾ ਸ਼ਬਦ ਇਹ ਹੈ ਵੀ ਦੋਖੀ ਦੀ ਜੜ ਕੋਈ ਨਹੀਂ ਹੁੰਦੀ, ਤੇ ਜਿਹੜਾ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦਾ ਉਹ ਮੱਛੀ ਵਾਂਗੂ ਤੜਫਦਾ ਰਹਿੰਦਾ ਹੈ ਤੇ ਉਹ ਹਮੇਸ਼ਾ ਝੂਠ ਬੋਲਦਾ ਹੈ, ਇਕੱਲਾ ਰਹਿੰਦਾ ਹੈ, ਉਹਦਾ ਕੋਈ ਸਾਥੀ ਨਹੀਂ ਬਣਦਾ, ਮਿੱਤਰ ਨਹੀਂ ਬਣਦਾ ਤੇ ਉਹਦਾ ਰੂਪ ਵੀ ਵਿਗੜ ਹੋ ਜਾਂਦਾ ਹੈ। ਉਹਦੀ ਭਾਵ ਕਿ ਉਹਦੀ ਬੋਲੀ, ਉਹਦਾ ਸ਼ਕਲ, ਚਿਹਰਾ ਸਭ ਕੁਝ ਵਿਕਾਰਾਂ ਦੇ ਨਾਲ ਭਰ ਜਾਂਦਾ ਹੈ। ਸੋ ਉਸ ਬੰਦੇ ਦਾ ਹੁਣ ਭਲਾ ਕਿਵੇਂ ਹੋ ਸਕੇ? ਭਾਈ ਗੁਰਦਾਸ ਜੀ ਇੱਕ ਉਦਾਹਰਣ ਦਿੰਦੇ ਨੇ, ਬਹੁਤ ਜ਼ਿਆਦਾ ਪਿਆਰੀ ਉਦਾਹਰਣ ਹੈ ਕਿ ਬੰਦਿਆ ਤੇਰਾ ਵੀ ਭਲਾ ਹੋ ਸਕਦਾ ਹੈ, ਕਿਉਂਕਿ ਇਹ ਸਤਿਗੁਰੂ ਜੀ ਦਾ ਮੁੱਢਲਾ ਫਰਜ਼ ਹੈ। ਕਿਉਂਕਿ ਜੇ ਗੁਰੂ ਸਾਨੂੰ ਬਚਾਉਂਦਾ ਹੈ, ਗੁਰੂ ਹਰੇਕ ਤਰੀਕੇ ਦੇ ਨਾਲ ਸਾਡੀ ਰੱਖਿਆ ਕਰਦਾ ਹੈ। ਉਹ ਗੱਲ ਵੱਖਰੀ ਹੈ ਮਨੁੱਖ ਜਿਹੜਾ ਹੈ, ਜਿਸ ਨੂੰ ਗੁਰਬਾਣੀ ਕਹਿੰਦੀ ਹੈ ਕਿ ਕੀਤੇ ਕੋ ਮੇਰੇ ਸਮਾਨੇ। ਜੇ ਕੁਝ ਇਹ ਆਪ ਕਰ ਬੈਠੇ ਤੇ ਇਹ ਕਹਿੰਦਾ ਵੀ ਮੈਂ ਤਾਂ ਹੁਣ ਸਮਾਨ ਪਹਾੜ ਪਰਬਤ ਜਿੱਡਾ ਮੰਨ ਲੈਂਦਾ ਵੀ ਮੈਂ ਮੇਰ ਪਰਬਤ ਜਿੱਡਾ ਕੰਮ ਕਰ ਦਿੱਤਾ ਹੈ, ਜੋ ਇਹ ਆਪ ਕਰ ਬੈਠਦਾ ਹੈ। ਕੀਤੇ ਕੋ ਮੇਰੇ ਸਮਾਨੇ, ਜਿਹੜਾ ਇਹਨੇ ਆਪਣੇ ਹੱਥਾਂ ਦੇ ਨਾਲ ਕੀਤਾ ਕੰਮ ਤੇ ਉਸ ਨੂੰ ਤਾਂ ਇਹ ਪਹਾੜ ਬਣਾ ਲੈਂਦਾ ਹੈ ਗੱਲ ਨੂੰ। ਪਰ ਜਿਹੜਾ ਕਰਨਹਾਰ ਹੈ, ਜਿਹੜਾ ਇਹਦੇ ਪਿੱਛੇ ਤਾਕਤ ਦੇ ਰਿਹਾ ਇਸ ਸਰੀਰ ਨੂੰ, ਇਸ ਸਰੀਰ ਦੇ ਵਿੱਚ ਜਿਸ ਪਰਮਾਤਮਾ ਜੀ ਨੇ ਸੱਤਿਆ ਟਿਕਾਈ ਹੈ, ਉਹਨੂੰ ਇੱਕ ਕੱਖ ਮਾਤਰ ਵੀ ਨਹੀਂ ਜਾਣਦਾ। ਕਰਨਹਾਰ ਤ੍ਰਿਣ ਜਾਣੇ, ਤ੍ਰਿਣ ਦਾ ਅਰਥ ਹੁੰਦਾ ਹੈ ਬਿਲਕੁਲ ਤੀਲਾ, ਕੱਖ। ਉਸ ਪਰਮਾਤਮਾ ਜੀਆਂ ਨੂੰ ਬਿਲਕੁਲ ਤੀਲੇ ਮਾਤਰ ਸਮਝਦਾ ਹੈ ਵੀ ਪਰਮਾਤਮਾ ਨੇ ਕੁਝ ਕੀਤਾ ਹੀ ਨਹੀਂ ਹੈ। ਸੋ ਇਸ ਕਰਕੇ ਕਰਨ ਕਰਾਵਣ ਉਹ ਅਕਾਲ ਹੈ, ਪਰਮਾਤਮਾ ਹੈ, ਸਭ ਕੁਝ ਉਹ ਕਰਨਹਾਰ ਹੈ। ਸੋ ਭਾਈ ਗੁਰਦਾਸ ਜੀਆਂ ਨੇ ਇੱਕ ਉਦਾਹਰਣ ਦਿੱਤੀ। ਉਹ ਕਹਿੰਦੇ ਜਨਨੀ ਸੁਤ ਬਿਕ ਹੇਤ ਦੇਤ, ਦੇਤ ਹੇਤ ਰੱਖੈ। ਕਹਿੰਦੇ ਇੱਕ ਜਨਨੀ ਜਿਹਨੇ ਆਪਣੇ ਬੱਚੇ ਨੂੰ ਜਨਮ ਦਿੱਤਾ, ਮਾਂ, ਉਹ ਸੁੱਤ ਤੋਂ ਭਾਵ ਹੈ ਪੁੱਤਰ। ਹੁਣ ਪੁੱਤਰ ਨੂੰ ਜ਼ਹਿਰ ਦੇਵੇ ਤੇ ਉਹਦੀ ਕੌਣ ਰੱਖਿਆ ਕਰ ਸਕਦਾ ਹੈ? ਕੋਈ ਵੀ ਨਹੀਂ ਰੱਖਿਆ ਕਰ ਸਕਦਾ। ਜੇ ਮਾਂ ਆਪਣੇ ਬੱਚੇ ਨੂੰ ਜ਼ਹਿਰ ਦੇ ਦੇਵੇ, ਗੁਰਬਾਣੀ ਕਹਿੰਦੀ ਹੈ ਨਾ, ਕਿਆ ਬਸ ਜੋ ਬਿਕ ਦੇ ਮਹਤਾਰੀ। ਜੇ ਮਾਤਾ ਬੱਚੇ ਨੂੰ ਜ਼ਹਿਰ ਦੇਵੇ ਤੇ ਕੋਈ ਰੱਖਣ ਵਾਲਾ ਨਹੀਂ ਹੈਗਾ, ਕੀ ਬਸ ਚੱਲ ਸਕਦਾ ਹੈ? ਇੱਕ ਮਾਂ ਹੀ ਤਾਂ ਬੱਚੇ ਨੂੰ ਬਚਾਉਂਦੀ ਹੈ ਦੁੱਖਾਂ ਤੋਂ।
ਦੁਆਵਾਂ ਕਰਦੇ ਨੇ। ਤੋਂ ਤੱਕ ਕਰਕੇ ਜੇ ਬੱਚਾ ਵੱਡਾ ਵੀ ਹੋ ਜਾਵੇ ਨਾ ਤੇ ਤਦੋਂ ਵੀ ਮਾਵਾਂ ਦੁਆਵਾਂ ਕਰਦੀਆਂ ਨੇ। ਸੋ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਜੇ ਮਾਂ ਹੀ ਬੱਚੇ ਨੂੰ ਬਿਖ ਦੇ ਦੇਵੇ, ਜ਼ਹਿਰ ਦੇ ਦੇਵੇ, ਤੇ ਉੱਥੇ ਕੌਣ ਰੱਖਿਆ ਕਰੇਗਾ ਉਹਦੀ। ਤੇ ਘਰ ਮੂਸੇ ਪਹੁਰਾ ਕਹੋ ਕੈਸੇ ਰਾਖੀਏ। ਤੇ ਜਿਹੜਾ ਘਰ ਦੀ ਰਖਵਾਲੀ ਕਰਨ ਵਾਸਤੇ ਰੱਖਿਆ ਹੈ ਕੋਈ ਨੌਕਰ, ਘਰ ਦੀ ਰਖਵਾਲੀ ਕਰਨ ਵਾਸਤੇ ਕੋਈ ਪਹਿਰੇਦਾਰ ਰੱਖਿਆ, ਤੇ ਜੇ ਕਹਿੰਦੇ ਨੇ ਉਹ ਪਹਿਰੇਦਾਰ ਹੀ ਘਰ ਨੂੰ ਲੁੱਟ ਲਵੇ, ਘਰ ਦੇ ਵਿੱਚੋਂ ਚੋਰੀ ਕਰ ਲਵੇ, ਤੇ ਚੋਰਾਂ ਤੋਂ ਕੀ ਰੱਖਿਆ ਕਰਨੀ ਹੈ। ਉਹੀ ਘਰ ਨੂੰ ਮੋਸ ਲਵੇ, ਲੁੱਟ ਲਵੇ, ਤੇ ਕੋਈ ਰੱਖਿਆ ਕਰਨ ਵਾਲਾ ਨਹੀਂ ਹੈਗਾ। ਤੇ ਕਹਿੰਦੇ ਹੁਣ ਕਰੀਆ ਜੋ ਬੋਰੇ ਨਾਵ ਕਹੋ ਕੈਸੇ ਪਾਰ ਪਾਵੇ। ਕਹਿੰਦੇ ਨੇ ਕਿਵੇਂ ਕੋਈ ਬੰਦਾ ਪਾਰ ਉਤਰ ਸਕਦਾ ਜੇ ਮਲਾਹ ਹੀ ਬੇੜੀ ਨੂੰ ਡੋਬ ਦੇਵੇ। ਤਾਂ ਮਲਾਹ ਨੇ ਤਾਂ ਬੇੜਾ ਇਹਨੂੰ ਡੋਬਣਾ ਨਹੀਂ, ਉਹਨੇ ਤਾਂ ਤਾਰਨਾ ਹੈ। ਸਗੋਂ ਮਲਾਹ ਨੇ ਬੇੜੀ ਨੂੰ ਚਲਾ ਕੇ ਤੇ ਬੰਦੇ ਨੂੰ ਤਾਰਨਾ ਹੈ। ਤੇ ਜੇ ਕਹਿੰਦੇ ਨੇ ਮਲਾਹ ਹੀ ਬੇੜੀ ਨੂੰ ਡੋਬ ਦੇਵੇ, ਕਹੋ ਕੈਸੇ ਪਾਵੇ ਪਾਰ, ਬੰਦਾ ਕਿਵੇਂ ਪਾਰ ਉਤਰ ਸਕਦਾ ਹੈ। ਆਗੂਓ ਜੋ ਪਾਰੇ ਬਾਟ ਦੀਨ ਕਹਾਂ ਭਾਖੀਏ। ਕਹਿੰਦੇ ਜੇ ਆਗੂ ਜਿਹਦਾ ਫੌਜ ਦੀ ਅਗਵਾਈ ਕਰਦਾ ਹੋਵੇ, ਜਾਂ ਇਹਨਾਂ ਜੀਵਾਂ ਦੇ ਜਿਵੇਂ ਸੰਸਾਰ ਦੇ ਵਿੱਚ ਅੱਜ ਬਹੁਤੇ ਆਗੂ ਨੇ, ਉਹ ਆਗੂ ਜਿਹੜਾ ਹੈ ਮੁੱਖ, ਜਿਹੜਾ ਜਿਹਦੇ ਪਿੱਛੇ ਲੱਗ ਕੇ ਅਸੀਂ ਤੁਰਨਾ ਹੈ, ਕਹਿੰਦੇ ਉਹ ਆਗੂ ਹੀ ਹੁਣ ਸਾਨੂੰ ਬਾਟ ਬਾਟ ਪਾੜ ਦੇਵੇ, ਭਾਵ ਕਿ ਉਹ ਸਾਨੂੰ ਉਧੜ ਰਸਤੇ ਤੇ ਲੈ ਜਾਵੇ, ਉਲਟੇ ਰਸਤੇ ਤੇ ਲੈ ਜਾਵੇ। ਤੇ ਕਹਿੰਦੇ ਦੀਨ ਕਹੋ ਪਾਕੀ, ਉਹ ਵਿਚਾਰੀ ਪਿਛਲੀ ਫੌਜ ਜਾਂ ਭੋਲੇ ਬੰਦੇ, ਦੀਨ ਦਾ ਅਰਥ ਹੁੰਦਾ ਹੈ ਨਿਮਾਣਾ, ਉਹ ਜਿਹੜੇ ਪਿੱਛੇ ਫੌਜ ਹੈ, ਜਿਹੜੇ ਨਿਮਾਣੇ ਦੀਨ ਜਾਂ ਸਾਡੇ ਵਰਗੇ ਆਮ ਭੋਲੇ ਜੀਵ ਆਪਣੇ ਵਰਗੇ ਵੀ ਸਾਰੇ ਉਹ ਆਗੂ ਦੇ ਪਿੱਛੇ ਚੱਲ ਪੈਣ। ਤੇ ਫਿਰ ਕਹਿੰਦੇ ਨੇ ਕਿਹਦੇ ਅੱਗੇ ਜਾ ਕੇ ਆਪਾਂ ਅਰਦਾਸ ਕਰੀਏ, ਜਾਂ ਕਿਹਦੇ ਅੱਗੇ ਜਾ ਕੇ ਰੌਲਾ ਪਾਈਏ ਵੀ ਸਾਨੂੰ ਇਹਨੇ ਮਾਰ ਦੇਣਾ ਹੈ, ਜੇ ਆਗੂ ਹੀ ਮਾਰ ਦੇਵੇ ਤਾਂ। ਇਸੇ ਤਰੀਕੇ ਦੇ ਨਾਲ ਉਹਨਾਂ ਨੇ ਅਗਲੀ ਉਦਾਹਰਣ ਦਿੱਤੀ। ਕਹਿੰਦੇ ਨੇ ਹੁਣ ਖੇਤ ਦੇ ਵਿੱਚ ਵਾੜ ਲਾਈ ਹੁੰਦੀ ਹੈ, ਵਾੜ ਤੋਂ ਭਾਵ ਹੁੰਦਾ ਜਿਵੇਂ ਆਲੇ ਦੁਆਲੇ ਵਾੜ ਕੀਤੀ ਹੋਵੇ ਵੀ ਕੋਈ ਵਿੱਚ ਜਾਨਵਰ ਨਾ ਆਵੇ, ਕੋਈ ਪਸ਼ੂ ਪੰਛੀ ਆਵੇ ਨਾ, ਤਾਂ ਕਿ ਉਸ ਬੀਜ ਨੂੰ, ਫਸਲ ਨੂੰ ਬਚਾਇਆ ਜਾ ਸਕੇ। ਖੇਤੇ ਜੋ ਖਾਵੇ ਬਾਰ, ਕਹਿੰਦੇ ਨੇ ਹੁਣ ਖੇਤ ਨੂੰ ਵਾੜ ਖਾ ਜਾਵੇ, ਤੇ ਕਹਿੰਦੇ ਉਸ ਵਾੜ ਦਾ ਕੀ ਲਾਭ ਹੋਇਆ। ਖੇਤੇ ਜੋ ਖਾਵੇ ਬਾਰ ਤਾਹੇ ਕਹੋ ਧਿਆਨ ਧਾਰੇ। ਉਹ ਫਿਰ ਖੇਤ ਦਾ ਰਖਵਾਲੀ, ਖੇਤ ਦੀ ਰਖਵਾਈ ਕੌਣ ਕਰੇਗਾ। ਚੱਕਰਵੇ ਜੋ ਜੇ ਚੱਕਰਵੇ ਆਗੂ, ਚੱਕਰਵੇ ਤੋਂ ਭਾਵ ਹੁੰਦਾ ਰਾਜਾ। ਜੇ ਰਾਜਾ ਆਪਣੀ ਪ੍ਰਜਾ ਨੂੰ ਦੁੱਖ ਦੇਣ ਲੱਗ ਪਏ, ਆਪਣੀ ਪ੍ਰਜਾ ਦੀ ਰਖਵਾਲੀ ਨਾ ਕਰ ਸਕੇ, ਕਹੋ ਕੌਣ ਸਾਖੀਏ, ਤੇ ਫਿਰ ਕੌਣ ਮਿੱਤਰ ਹੋਏਗਾ ਉਹਦਾ। ਜੇ ਰਾਜਾ ਹੀ ਆਪਣੀ ਪ੍ਰਜਾ ਨੂੰ ਮਾਰ ਦਵੇ ਜਾਂ ਆਪਣੀ ਪ੍ਰਜਾ ਦਾ ਬੁਰਾ ਸੋਚੇ, ਤੇ ਫਿਰ ਉਸ ਥਾਂ ਦੇ ਉੱਪਰ ਕਿਹੜਾ ਉਹਦਾ ਸਾਖਾਈ ਹੋਏਗਾ, ਕਿਹੜਾ ਉਹਦਾ ਸਖੀ, ਕਿਹੜਾ ਉਹਦਾ ਸਹਾਇਤਾ ਕਰਨ ਵਾਲਾ ਮਿੱਤਰ ਹੈ। ਇਵੇਂ ਹੀ ਕਹਿੰਦੇ ਨੇ ਰੋਗੀਓ ਜੋ ਮਾਰੇ ਵੈਦ। ਹੁਣ ਰੋਗੀ ਦੇ ਅੰਦਰ ਰੋਗ ਲੱਗਾ ਤੇ ਬਿਮਾਰੀ ਤੋਂ ਡਰਦਾ ਹੋਇਆ ਉਹ ਵੈਦ ਦੇ ਕੋਲ, ਡਾਕਟਰ ਦੇ ਕੋਲ ਭੱਜ ਕੇ ਗਿਆ ਵੀ ਹੁਣ ਮੈਨੂੰ ਬਚਾ ਲਵੋ ਜੀ, ਮੇਰੀ ਅੰਦਰ ਦੀ ਜਿਹੜੀ ਬਿਮਾਰੀ ਹੈ, ਮੇਰੇ ਅੰਦਰ ਦਾ ਜਿਹੜਾ ਰੋਗ ਹੈ, ਉਹਦੇ ਤੋਂ ਮੈਨੂੰ ਮੁਕਤੀ ਦਿਵਾਵੋ, ਮੁਕਤ ਕਰੋ ਮੈਨੂੰ। ਸੋ ਕਹਿੰਦੇ ਹੁਣ ਰੋਗੀਓ ਜੋ ਮਾਰੇ ਵੈਦ, ਉਹ ਵੈਦ ਉਹਨੂੰ ਬਚਾਉਣ ਦੀ ਖਾਤਰ ਉਹਨੂੰ ਜ਼ਹਿਰ ਦੇ ਦੇਵੇ, ਉਹਨੂੰ ਮਾਰ ਦੇਵੇ, ਫਿਰ ਕਿਹਦੇ ਕੋਲ ਜਾਵੇਗਾ। ਰੋਗੀਏ ਜੋ ਮਾਰੇ ਵੈਦ, ਰੋਗੀ ਬੰਦੇ ਨੂੰ ਵੈਦ ਮਾਰ ਦੇਵੇ। ਇਸੇ ਤਰੀਕੇ ਦੇ ਨਾਲ ਸਤਿਗੁਰੂ ਨਾ ਮੁਕਤ ਪਾਵੇ। ਕਹੋ ਦੀਨ ਭਾਖੀਏ, ਕਿਹਦੇ ਅੱਗੇ ਜਾ ਕੇ ਅਸੀਂ ਅਰਦਾਸ ਕਰਾਂਗੇ ਫਿਰ ਜਾ ਕੇ, ਜੇ ਸਤਿਗੁਰੂ ਹੀ ਸਾਨੂੰ ਮੁਕਤ ਨਾ ਦੇ ਸਕਦਾ ਹੋਵੇ। ਜੇ ਸਤਿਗੁਰੂ ਸਾਨੂੰ ਮੁਕਤੀ ਨਾ ਦੇਵੇ ਤੇ ਅਸੀਂ ਕਿਹਦੇ ਅੱਗੇ ਜਾ ਕੇ ਅਰਦਾਸ ਕਰੀਏ ਫਿਰ। ਜੇ ਰੋਗੀ ਨੂੰ ਵੈਦ ਮਾਰ ਦੇਵੇ, ਮਲਾਹ ਬੇੜੀ ਨੂੰ ਡੋਬ ਦੇਵੇ, ਮਾਂ ਬੱਚੇ ਨੂੰ ਵਿਖ ਜ਼ਹਿਰ ਦੇ ਦੇਵੇ,
ਤੇ ਕਹਿੰਦੇ ਨੇ ਹੁਣ ਰਖਵਾਲੀ ਕਰਨ ਵਾਲਾ ਘਰ ਨੂੰ ਲੁੱਟ ਰਵੇ ਤੇ ਫਿਰ ਕਿਹਦੇ ਅੱਗੇ ਕੌਣ ਬਚਾਵੇਗਾ ਕਿਹਨੂੰ, ਤੇ ਕਿਹਨੇ ਕਿਹਦੀ ਹਿਫਾਜ਼ਤ ਕਰਨੀ ਹੈ। ਸੋ ਜਦੋਂ ਬੰਦੇ ਨੂੰ ਦੁੱਖ ਜਾਂ ਸੁੱਖ ਦੇ ਵਿੱਚ ਅਸੀਂ ਸਤਿਗੁਰੂ ਨੂੰ ਯਾਦ ਕਰਦੇ ਹਾਂ, ਗੁਰੂ ਦੀ ਬੰਦਗੀ ਕਰਦੇ ਹਾਂ, ਪ੍ਰਮਾਤਮਾ ਨੂੰ ਧਿਆਉਂਦੇ ਹਾਂ, ਜੇ ਸਤਿਗੁਰੂ ਸਾਨੂੰ ਮੁਕਤ ਨਹੀਂ ਕਰ ਸਕਦਾ ਤੇ ਫਿਰ ਅਸੀਂ ਕਿਹਦੇ ਅੱਗੇ ਜਾ ਕੇ ਅਰਦਾਸ ਕਰਾਂਗੇ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਮੁਕਤ ਕਰਨਾ ਹੈ, ਸਾਨੂੰ ਬਚਾਉਣਾ ਹੈ। ਜੇ ਅਸੀਂ ਔਗਣਾਂ ਦੇ ਨਾਲ ਭਰੇ ਹੋਏ ਆ ਨਾ, ਤੇ ਗੁਰੂ ਸਾਨੂੰ ਇਹਨਾਂ ਔਗਣਾਂ ਤੋਂ ਬਚਾ ਕੇ ਕੱਟ ਕੇ ਤੇ ਸਾਨੂੰ ਅਕਾਲ ਪੁਰਖ ਪਰਮਾਤਮਾ ਜੀਆਂ ਦੇ ਨਾਲ ਜੋੜਦਾ ਹੈ, ਵਾਹਿਗੁਰੂ ਦੇ ਨਾਲ ਜੋੜਦਾ ਹੈ। ਤੇ ਸਤਿਗੁਰੂ ਜੀ ਇੱਥੇ ਇਹੀ ਸਮਝਾਉਂਦੇ ਨੇ ਇਸ 8ਵੀਂ ਅਸ਼ਟਪਦੀ ਦੇ 8ਵੇਂ ਪਦੇ ਦੇ ਵਿੱਚ ਕਿ ਸਭ ਘਟ ਤਿਸ ਕੇ। ਘਟ ਦਾ ਅਰਥ ਹੁੰਦਾ ਹੈ ਸਰੀਰ। ਵੈਸੇ ਘਟ ਦਾ ਅਰਥ ਸਾਰਾ ਸੰਸਾਰ ਹੀ ਹੈ, ਸਰੀਰ ਵੀ ਹੈ ਤੇ ਸਾਰਾ ਸੰਸਾਰ। ਇਹ ਸਭ ਕੁਝ ਪਰਮਾਤਮਾ ਜੀਆਂ ਦਾ ਹੈ। ਸਭ ਘਟ ਤਿਸ ਕੇ। ਤੇ ਜੇ ਗੱਲ ਕਰੀਏ ਸਰੀਰਾਂ ਦੀ, ਤੇ ਪਰਮਾਤਮਾ ਜੀ ਦੇ ਹੀ ਬਣਾਏ ਬਖਸ਼ਿਸ਼ ਕੀਤੇ ਹੋਏ ਸਰੀਰ ਨੇ। ਉਹ ਕਰਨੇਹਾਰ, ਉਹ ਅਕਾਲ ਪੁਰਖ ਪਰਮਾਤਮਾ ਕਰਨ ਕਾਰਨ ਸਮਰੱਥ ਹੈ। ਤੇ ਕਿ ਸਤਿਗੁਰੂ ਜੀ ਕਹਿੰਦੇ ਨੇ ਸਦਾ ਸਦਾ ਤਿਸ ਕੋ ਨਮਸਕਾਰ। ਸਦਾ ਹੀ ਹਰ ਵਕਤ ਉਸ ਵਾਹਿਗੁਰੂ ਨੂੰ ਨਮਸਕਾਰ ਕਰ। ਹਰ ਵੇਲੇ ਉਸ ਪਰਮਾਤਮਾ ਜੀਆਂ ਨੂੰ ਨਮਸਕਾਰ ਕਰ, ਉਹਦਾ ਸ਼ੁਕਰਾਨਾ ਕਰ, ਉਹਦੇ ਅੱਗੇ ਸੀਸ ਝੁਕਾ, ਉਹਦੇ ਅੱਗੇ ਬੰਦਗੀ ਕਰ, ਬੰਦਨਾ ਕਰ, ਉਹਦੇ ਅੱਗੇ ਟਿਕਿਆ ਰਹੋ। ਹਰ ਵਕਤ ਪਰਮਾਤਮਾ ਨੂੰ ਧਿਆਨ ਦੇ ਵਿੱਚ ਰੱਖ, ਨਮਸਕਾਰ ਕਰ, ਕਿਉਂਕਿ ਉਸ ਅੱਗੇ ਸਾਡਾ ਕੋਈ ਚਾਰਾ ਨਹੀਂ ਹੈਗਾ। ਚਾਰੇ ਤੋਂ ਭਾਵ ਹੁੰਦਾ ਕਿ ਜੇ ਅਸੀਂ ਪ੍ਰਮਾਤਮਾ ਨੂੰ ਕਈ ਵਾਰੀ ਜੀਵਨਾ ਗੁੱਸੇ ਦੇ ਵਿੱਚ ਆ ਕੇ ਤੇ ਪ੍ਰਮਾਤਮਾ ਨੂੰ ਬੋਲ ਕਬੋਲ ਵੀ ਬੋਲਦਾ ਹੈ, ਰੱਬ ਜੀਆਂ ਨੂੰ ਬੋਲ ਕਬੋਲ ਵੀ ਬੋਲਦਾ ਹੈ, ਅਕਾਲ ਪੁਰਖ ਪ੍ਰਮਾਤਮਾ ਜੀਆਂ ਨੂੰ ਬੋਲਦਾ ਹੈ ਕਿ ਰੱਬ ਜੀ ਤੁਸੀਂ ਚੰਗਾ ਨਹੀਂ ਕਰਦੇ, ਮਾੜਾ ਕਰਦੇ ਹੋ, ਐਵੇਂ ਨਹੀਂ ਇੰਜ ਕਰਨਾ ਚਾਹੀਦਾ ਸੀ। ਅੱਜ ਆਪਾਂ ਕਹਿੰਦੇ ਆ ਨਾ ਰੱਬ ਨੇ ਮਾੜਾ ਕੀਤਾ, ਚੰਗਾ ਕੀਤਾ, ਕਿਉਂਕਿ ਸਾਡੀ ਬਿਰਤੀ ਹੈ ਹੀ ਇਹੋ ਜੀ ਹੈ। ਜੋ ਚੰਗਾ ਕਰਦੇ ਆ ਉਹ ਇਨਸਾਨ ਹੈ, ਜੋ ਮੰਦਾ ਕੀਤਾ ਉਹ ਪ੍ਰਮਾਤਮਾ ਨੇ। ਕੋਈ ਮਰ ਗਿਆ, ਕੋਈ ਸੰਸਾਰ ਦੇ ਵਿੱਚੋਂ ਸਰੀਰ ਚਲਾ ਗਿਆ, ਤੇ ਅਸੀਂ ਕਹਿੰਦੇ ਵੀ ਪ੍ਰਮਾਤਮਾ ਨੇ ਮਾੜਾ ਕੀਤਾ। ਤੇ ਜਦੋਂ ਕੋਈ ਚੰਗਾ ਕਰਮ ਹੁੰਦਾ ਹੈ, ਖੁਸ਼ੀ ਵਾਲਾ ਪ੍ਰੋਗਰਾਮ ਹੁੰਦਾ, ਉਦੋਂ ਬੰਦਾ ਕਹਿ ਦਿੰਦਾ ਇਹ ਮੈਂ ਕੀਤਾ, ਕਿਉਂਕਿ ਅਸੀਂ ਪ੍ਰਮਾਤਮਾ ਨੂੰ ਸਮਝਦੇ ਇਹ ਆ ਕਿ ਸ਼ਾਇਦ ਪ੍ਰਮਾਤਮਾ ਸਾਡਾ ਦੁਸ਼ਮਣ ਹੈ, ਪ੍ਰਮਾਤਮਾ ਸਾਡਾ ਵੈਰੀ ਹੈ, ਜਦੋਂ ਕਿ ਉਹ ਪ੍ਰਮਾਤਮਾ ਸਾਡਾ ਵੈਰੀ ਨਹੀਂ ਹੈਗਾ। ਉਹ ਪ੍ਰਮਾਤਮਾ ਸਾਡੀ ਰੱਖਿਆ ਕਰਦਾ ਹੈ। ਉਸ ਪ੍ਰਮਾਤਮਾ ਜੀਆਂ ਨੂੰ ਸਦਾ ਜਪ, ਪ੍ਰਭ ਕੀ ਉਸਤਤ ਕਰੋ ਦਿਨ ਰਾਤ। ਵਾਹਿਗੁਰੂ ਜੀ ਦੀ, ਅਕਾਲ ਪੁਰਖ ਪ੍ਰਮਾਤਮਾ ਜੀ ਦੀ ਉਸਤਤ ਦਿਨ ਰਾਤ ਕਰੋ। ਦਿਨ ਰਾਤ ਹਰ ਵਕਤ ਪ੍ਰਮਾਤਮਾ ਜੀ ਦੀ ਉਸਤਤ ਕਰਨੀ ਚਾਹੀਦੀ ਹੈ। ਤਿਸੇ ਧਿਆਵੋ ਸਾਸ ਗਿਰਾਸ। ਸਾਸ ਦਾ ਅਰਥ ਹੁੰਦਾ ਹੈ ਜਿਹੜਾ ਸਵਾਸ ਬਾਹਰ ਕੱਢਣਾ, ਤੇ ਗਿਰਾਸ ਦਾ ਅਰਥ ਹੁੰਦਾ ਹੈ ਅੰਦਰ ਲੈ ਕੇ ਜਾਣਾ, ਸਾਹ, ਗਰਾਹੀ। ਸੋ ਇਸ ਤਰੀਕੇ ਦੇ ਨਾਲ ਹੁਣ ਗੁਰਬਾਣੀ ਕਹਿੰਦੀ ਵੀ ਉਸਤਤ ਕਿੰਨੇ ਲੋਕ ਕਰਦੇ ਨੇ। ਸਾਰਾ ਮੁਲਕ ਉਸ ਅਕਾਲ ਪੁਰਖ ਪਰਮਾਤਮਾ ਜੀ ਦੀ ਉਸਤਤ ਕਰਦਾ ਹੈ, ਤੇ ਉਸਤਤ ਕਰਨ ਦੇ ਢੰਗ ਵੱਖਰੇ ਵੱਖਰੇ ਨੇ। ਗਾਵੇ ਕੋ ਤਾਣ, ਹੋਵੇ ਕਿਸੇ ਤਾਣ, ਇਹ ਉਸਤਤ ਕਰਨ ਦਾ ਢੰਗ ਹੈ। ਕਿਸੇ ਕੋਲ ਤਾਕਤ ਹੈ, ਉਸ ਤਾਕਤ ਦੇ ਰਾਹੀਂ ਪਰਮਾਤਮਾ ਜੀਆਂ ਦਾ ਧੰਨ ਕਰਦਾ, ਸ਼ੁਕਰਾਨਾ ਕਰਦਾ ਹੈ, ਪਰਮਾਤਮਾ ਜੀਆਂ ਦੇ ਧੰਨਵਾਦ ਕਰਦਾ ਹੈ, ਰੱਬ ਜੀਆਂ ਦਾ, ਕਿ ਜਿਹਦੇ ਕੋਲ ਸਰੀਰਕ ਬਲ ਹੈਗਾ। ਗਾਵੇ ਕੋ ਤਾਣ, ਹੋਵੇ ਕਿਸੇ ਤਾਣ। ਤੇ ਜਿਹਨੂੰ ਰੱਬ ਜੀਆਂ ਨੇ ਦਾਤਾਂ ਬਖਸ਼ਿਸ਼ ਕੀਤੀਆਂ, ਉਹ ਉਹਨਾਂ ਦਾਤਾਂ ਨੂੰ ਵੇਖ ਕੇ ਤੇ ਰੱਬ ਦਾ ਧੰਨਵਾਦ ਕਰਦਾ ਹੈ। ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਰੱਬ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਪਰਮਾਤਮਾ ਜੀ ਦੀ ਨਿਸ਼ਾਨੀ ਸਮਝ ਕੇ ਤੇ ਉਹ ਅਕਾਲ ਪੁਰਖ ਪਰਮਾਤਮਾ ਜੀਆਂ ਨੂੰ ਗਾਉਂਦਾ ਹੈ। ਗਾਵੇ ਕੋ ਗੁਣ ਵਡਿਆਈਆਂ ਚਾਰ। ਕੋਈ ਪਰਮਾਤਮਾ ਜੀ ਦੀਆਂ ਸੁੰਦਰ, ਚਾਰ ਦਾ ਅਰਥ ਹੈ ਸੁੰਦਰ, ਸੁੰਦਰ ਵਡਿਆਈਆਂ ਨੂੰ ਗਾਉਂਦਾ ਹੈ, ਪਰਮਾਤਮਾ ਜੀਆਂ ਦੀ ਸੁੰਦਰ ਵਡਿਆਈਆਂ ਨੂੰ। ਗਾਵੇ ਕੋ ਵਿਦਿਆ ਵਿਖਮ ਵਿਚਾਰ। ਕੋਈ ਰੱਬ ਜੀ ਦੀ ਵਿਦਿਆ ਜਿਹੜੀ ਹੈ, ਔਖੀਆਂ ਗੱਲਾਂ ਦੇ ਉੱਪਰ ਵਿਚਾਰ ਕਰਕੇ। ਔਖੀਆਂ ਗੱਲਾਂ ਕੀ ਹੁੰਦੀਆਂ ਕਿ ਰੱਬ ਕਿਵੇਂ ਮਿਲਦਾ, ਕਿੱਥੇ ਆ, ਕਿਵੇਂ ਅਜੇ
ਉਹ ਔਖੀਆਂ ਵਿਚਾਰਾਂ ਦੇ ਉੱਪਰ ਵਿਚਾਰ ਕਰਕੇ ਤੇ ਉਹ ਉਸ ਤਰੀਕੇ ਦੇ ਨਾਲ ਪਰਮਾਤਮਾ ਜੀਆਂ ਨੂੰ ਗਾਉਂਦਾ ਹੈ। ਤੇ ਆਸਾ ਦੀ ਵਾਰ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ। ਗਾ ਰਹੇ ਨੇ ਹਰ ਇੱਕ ਤਰੀਕੇ ਦੇ ਨਾਲ, ਰਾਗਾਂ ਦੇ ਨਾਲ, ਵੇਦਾਂ ਦੇ ਨਾਲ ਉਸਤਤ ਕਰਨ ਦੇ ਵਿੱਚ ਲੱਗਿਆ ਹੀ ਹੋਇਆ। ਸਰੀਰ ਪਰਮਾਤਮਾ ਜੀਆਂ ਦੀ ਉਸਤਤ ਦੇ ਵਿੱਚ ਕਰ ਹੀ ਰਹੇ ਹਾਂ। ਹਰੇਕ ਤਰੀਕੇ ਦੇ ਨਾਲ ਰੱਬ ਜੀਆਂ ਦੀ ਇਬਾਦਤ ਕੋਈ ਨਾ ਕੋਈ ਕਰ ਰਿਹਾ ਹੈ, ਉਸਤਤ ਕਰਦਾ ਪਿਆ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਪ੍ਰਭ ਕੀ ਉਸਤਤ ਕਰੋ ਦਿਨ ਰਾਤ। ਉਹਦੀ ਉਸਤਤ ਅਸੀਂ 2 ਵਕਤ ਕਰਦੇ ਹਾਂ, 2 ਟਾਈਮ ਦੇ ਵਿੱਚ। ਔਰ ਸੰਸਾਰ ਦੇ ਵਿੱਚ ਇਹ ਵਕਤ 2 ਟਾਈਮ ਹੁੰਦੇ ਹੀ ਨੇ ਕਿ ਜਿਸ ਨੂੰ ਗੁਰਬਾਣੀ ਕਹਿੰਦੀ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਸੁੱਖ ਤੇ ਦੁੱਖ ਇਹ 2 ਕੱਪੜੇ ਨੇ ਜਿਹੜੇ ਪਹਿਰਨੇ ਨੇ ਮਨੁੱਖ ਨੇ। ਕਦੀ ਸੁੱਖ ਆ ਗਿਆ, ਕਦੀ ਦੁੱਖ ਆ ਗਿਆ। ਤੇ ਇਹਨੂੰ ਨੂੰ ਸਤਿਗੁਰੂ ਜੀ ਨੇ ਤੇ ਸੰਸਾਰ ਦੇ ਜੀਵਾਂ ਨੇ 2 ਤਰ੍ਹਾਂ ਦੇ ਨਾਮ ਦਿੱਤੇ ਨੇ ਕਿ ਜਦੋਂ ਦੁੱਖ ਆਵੇ ਉਦੋਂ ਅਰਦਾਸ, ਜਦੋਂ ਸੁੱਖ ਆਵੇ ਉਦੋਂ ਸ਼ੁਕਰਾਨਾ। ਜਦੋਂ ਸੁੱਖ ਹੈ ਉਦੋਂ ਸ਼ੁਕਰਾਨਾ, ਤੇ ਜਦੋਂ ਦੁੱਖ ਆਵੇ ਉਦੋਂ ਅਰਦਾਸ। ਗੁਰਬਾਣੀ ਦੇ ਵਿੱਚ ਭੱਟ ਸਾਹਿਬਾਨ ਇੱਕ ਅਰਦਾਸ ਕਰਦੇ ਨੇ ਪ੍ਰਮਾਤਮਾ ਜੀ ਦੇ ਅੱਗੇ, ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਪ੍ਰਹਿਲਾਦ ਭਗਤ ਕੀ। ਜੈਸੀ ਰਾਖੀ ਲਾਜ ਪ੍ਰਹਿਲਾਦ ਭਗਤ ਕੀ। ਜਿਵੇਂ ਭਗਤ ਪ੍ਰਹਿਲਾਦ ਦੀ ਲਾਜ ਰੱਖੀ ਹੈ ਤੁਸੀਂ, ਇਦਾਂ ਹੀ ਮੇਰੀ ਲਾਜ ਰੱਖੋ, ਮੇਰੀ ਇੱਜ਼ਤ ਰੱਖੋ। ਹਰਨਾਕਸ਼ ਫਾਰੇ ਕਰ ਆਜ, ਕਿ ਤੁਸੀਂ ਉਸ ਪ੍ਰਹਿਲਾਦ ਦੀ ਲਾਜ ਰੱਖੀ, ਹਰਨਾਕਸ਼ ਨੂੰ ਮਾਰ ਦਿੱਤਾ। ਪੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ। ਕਹਿੰਦੇ ਫਿਰ ਉਸ ਤੋਂ ਬਾਅਦ ਦ੍ਰੋਪਦੀ ਦੀ ਲਾਜ ਰੱਖੀ ਹੈ ਤੁਸੀਂ। ਹਰ ਪ੍ਰਭ ਜੀ ਛਿਨਤ ਬਸਤਰ ਦੀਨ ਬਹੁ ਸਾਜ। ਉਹਦੇ ਬਸਤਰਾਂ ਨੂੰ ਛਿਨਿਆ ਜਾ ਰਿਹਾ ਸੀ ਤੇ ਕਹਿੰਦੇ ਵੀ ਉਹ ਬਸਤਰ ਸਾਜ ਦਿੱਤੇ ਰੱਬ ਜੀਆਂ ਨੇ, ਬਹੁ ਸਾਜ। ਸੁਦਾਮਾ ਅਪਦਾ ਤੇ ਰਾਖਿਆ। ਸੁਦਾਮੇ ਨੂੰ ਬਹੁਤ ਵੱਡੀ ਅਪਦਾ ਪੈ ਗਈ, ਗਰੀਬੀ ਦੀ ਅਪਦਾ ਪੈ ਗਈ, ਦਲਿੱਦਰ ਦੀ। ਸੁਦਾਮਾ ਅਪਦਾ ਤੇ ਰਾਖਿਆ। ਗਣਕਾ ਪੜਤ ਪੂਰੇ ਤਿਹ ਕਾਜ। ਹੁਣ ਜਿਹੜੀ ਗਣਕਾ ਉਹ ਵਿਭਚਾਰਨ ਸੀ, ਵੈਸ਼ਿਆ ਸੀਗੀ, ਤੇ ਉਹਦੇ ਕੋਲ ਕੋਈ ਸਾਧੂ ਆਇਆ ਤੇ ਉਹ ਸਾਧੂ ਨਾ ਵਾਰ ਬਾਰਿਸ਼ ਦੇ ਵਿੱਚ ਭਿੱਜ ਰਿਹਾ ਸੀ। ਤੇ ਇਹਨੇ ਗਣਕਾ ਨੇ ਦੇਖਿਆ ਤੇ ਇਸ ਨੇ ਉਸ ਨੂੰ, ਸਾਧੂ ਨੂੰ ਆਪਣੇ ਘਰ ਦੇ ਵਿੱਚ ਬੁਲਾ ਲਿਆ। ਮਹਾਰਾਜ ਸਾਨੂੰ ਬਾਰ-ਬਾਰ ਵੈਸੇ ਗੁਰਬਾਣੀ ਦੇ ਵਿੱਚ ਇਹੀ ਗੱਲ ਕਹਿੰਦੇ ਵੀ ਕਦੀ ਕਿਸੇ ਨਾਲ ਵਿਗਾੜੋ ਨਾ, ਕਦੀ ਕਿਸੇ ਨਾਲ ਨਾ ਵਿਗਾੜੋ। ਪਤਾ ਨਹੀਂ ਕਿਹਦੇ ਉੱਪਰ ਕਿਰਪਾ ਹੋ ਜਾਣੀ ਤੇ ਕਿੰਨੇ ਸਾਨੂੰ ਰੱਬ ਨਾਲ ਜੋੜ ਦੇਣਾ ਹੈ। ਇਸ ਕਰਕੇ ਵਿਗਾੜਨੀ ਕਿਸੇ ਨਾਲ ਨਹੀਂ ਚਾਹੀਦੀ। ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕਾਹਨੂੰ ਕਿਸੇ ਨੂੰ ਮੰਦਾ ਕਹਿਣਾ, ਕਿਸੇ ਨੂੰ ਕਿਉਂ ਮਾੜਾ ਕਹਿਣਾ। ਕੀ ਪਤਾ ਕਿਹਦੇ ਉੱਪਰ ਕਿਰਪਾ ਹੋਣੀ ਰੱਬ ਜੀਆਂ ਦੀ ਤੇ ਕਿੰਨੇ ਸਾਨੂੰ ਰੱਬ ਨਾਲ ਜੋੜ ਦੇਣਾ ਹੈ, ਕੋਈ ਪਤਾ ਨਹੀਂ ਹੈਗਾ। ਇਸ ਕਰਕੇ ਵਿਗਾੜੋ ਨਾ ਕਿਸੇ ਨਾਲ। ਹੋ ਸਕਦਾ ਹੈ ਕਿਸੇ ਦੀ ਝਿੜਕ ਦੇ ਵਿੱਚ ਵੀ ਸਾਡਾ ਜੀਵਨ ਹੀ ਹੋਵੇ। ਗੁਰਬਾਣੀ ਕਹਿੰਦੀ ਹੈ ਨਾ, ਜੇ ਗੁਰ ਝਿੜਕੇ ਤਾਂ ਮਿੱਠਾ ਲਾਗੇ। ਜੇ ਗੁਰੂ ਝਿੜਕਦਾ ਹੈ ਤੇ ਉਹਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ ਵੀ ਐਵੇਂ ਨਹੀਂ ਝਿੜਕ ਮਾਰਦਾ, ਐਵੇਂ ਝਿੜਕਾ ਨਹੀਂ ਮਾਰਦਾ, ਉਹ ਕਿਸੇ ਗੱਲ ਤੋਂ ਝਿੜਕਾ ਮਾਰ ਰਿਹਾ ਹੈ। ਵੈਸੇ ਸਾਡੇ ਬੱਚਿਆਂ ਨੂੰ ਕੋਈ ਆਖੇ ਤਾਂ ਅਸੀਂ ਉਹਨੂੰ ਕਹਿ ਦਿੰਦੇ ਆ ਵੀ ਨਹੀਂ, ਤੂੰ ਸਾਡੇ ਬੱਚੇ ਨੂੰ ਓਏ ਕਹਿ ਕੇ ਨਹੀਂ ਬੁਲਾ ਸਕਦਾ, ਤੂੰ ਥੱਪੜ ਨਹੀਂ ਮਾਰ ਸਕਦਾ। ਤੇ ਜਿਹੜਾ ਸਕੂਲ ਦੇ ਵਿੱਚ ਟੀਚਰ ਹੁੰਦਾ ਉਹਨੂੰ ਅਸੀਂ ਖੁਦ ਕਹਿ ਕੇ ਆਉਨੇ ਆ ਵੀ ਘਰੇ ਵੀ ਨਹੀਂ ਪੜ੍ਹਦਾ ਤੇ ਇੱਥੇ ਵੀ ਨਹੀਂ ਪੜ੍ਹਦਾ, ਤੇ ਕੰਨ ਪੱਟਿਆ ਕਰੋ ਇਹਦੇ ਭਈ, ਤੇ ਮਾਰਿਆ ਕਰੋ 4 ਚਪੇੜਾਂ। ਅਸੀਂ ਉਹਨੂੰ ਖੁਦ ਕਹਿ ਕੇ ਆਉਨੇ ਆ ਕਿ ਘਰੇ ਵੀ ਨਹੀਂ ਪੜ੍ਹਦਾ, ਘਰੇ ਵੀ ਸਾਰਾ ਦਿਨ ਖੇਡਦਾ ਰਹਿੰਦਾ। ਤੇ ਫਿਰ ਟੀਚਰ ਵੀ ਲਾਂਭਾ ਦਿੰਦਾ ਵੀ ਸਕੂਲ ਦੇ ਵਿੱਚ ਵੀ ਐਵੇਂ ਹੀ ਕਰਦਾ, ਤੇ ਅਸੀਂ ਖੁਦ ਕਹਿ ਕੇ ਆਉਨੇ ਆ ਵੀ ਇਹਦੇ ਕੰਨ ਤੇ ਛੱਡਿਆ ਕਰੋ, ਇਹ ਪੜ੍ਹਦਾ ਕੋਈ ਨਹੀਂ ਹੈਗਾ। ਉੱਥੇ ਉਹ ਅਸੀਂ ਆਪ ਕਹਿ ਕੇ ਆਉਨੇ ਆ ਵੀ ਇਹਨੂੰ ਝਿੜਕਿਆ ਕਰੋ, ਇਹਦੇ ਕੰਨ ਤੇ ਮਾਰਿਆ ਕਰੋ, ਕਿਉਂਕਿ ਉੱਥੇ ਉਹਨੂੰ ਕੁਝ ਮਿਲਣਾ ਹੈ, ਉੱਥੇ ਉਹਦਾ ਜੀਵਨ ਘੜਿਆ ਜਾਣਾ ਹੈ। ਇਵੇਂ ਹੀ ਸਤਿਗੁਰੂ ਸਾਨੂੰ ਝਿੜਕਾਂ ਵੀ ਮਾਰੇ ਤੇ ਸਾਨੂੰ ਉਸ ਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ ਵੀ ਸਾਨੂੰ ਗੁਰੂ ਸਾਹਿਬ ਕੁਝ ਸਿਖਾ ਹੀ ਰਹੇ ਨੇ, ਸਾਡੇ ਤੋਂ ਕੁਝ ਲੈ ਨਹੀਂ ਰਹੇ। ਸੋ ਇਸ ਤਰੀਕੇ ਦੇ ਨਾਲ ਜਦੋਂ ਗਣਕਾ ਦੇ ਕੋਲ ਉਹ ਸਾਧੂ ਆਇਆ ਤੇ ਗਣਕਾ ਨੇ ਉਸ ਨੂੰ ਘਰ ਦੇ ਵਿੱਚ ਬੁਲਾ ਕੇ ਉਹਦੇ ਵਸਤਰ ਸੁਕਾਏ, ਉਹਦੇ ਚਾਹ ਪਾਣੀ ਨੂੰ ਪੁੱਛਿਆ, ਉਹਨੂੰ ਬੜਾ ਪਿਆਰ ਦੇ ਨਾਲ
ਘਰ ਦੇ ਵਿੱਚ ਬਿਠਾਇਆ, ਸਤਿਕਾਰ ਕੀਤਾ, ਬਹੁਤ ਸਤਿਕਾਰ ਕੀਤਾ। ਤੇ ਪੁੱਛਿਆ ਗਿਆ ਕਿ ਜਦੋਂ ਕੋਈ ਕਿਸੇ ਨੂੰ ਸਤਿਕਾਰ ਦੇਵੇ ਤੇ ਉਹ ਪੁੱਛ ਹੀ ਲੈਂਦੇ ਨੇ ਵੀ ਬੜੇ ਚੰਗੇ ਸੰਸਕਾਰ ਨੇ ਤੇਰੇ ਕੋਲ, ਤੇ ਕੀ ਕੰਮ ਹੈ ਆਪਣਾ, ਕੀ ਕਾਰਜ? ਜਿਵੇਂ ਕਰਦਿਆਂ ਪੁੱਛਿਆ ਤੇ ਉਹ ਗਣਕਾ ਵਿਚਾਰੀ ਨੇ ਆਪਣਾ ਸਾਰਾ ਭੇਦ ਸਾਧੂ ਜੀ ਦੇ ਅੱਗੇ ਖੋਲ ਦਿੱਤਾ। ਤੇ ਉਹ ਸਾਧੂ ਜੀਆਂ ਨੇ ਕੀ ਕੀਤਾ ਵੀ ਇੱਕ ਤੋਤਾ ਦਿੱਤਾ ਉਹਨਾਂ ਨੂੰ, ਕਹਿੰਦੇ ਵੀ ਇਹਨੂੰ ਨਾ ਤੁਸੀਂ ਹੁਣ ਰਾਮ ਰਾਮ ਜਪਾਇਆ ਕਰਨਾ ਹੈ, ਇਹ ਖੁਰਾਕ ਵੀ ਜਿਹੜੀ ਚੀਜ਼ ਇਹਦੀ ਮੰਗਦਾ ਹੈ ਉਹ ਵੀ, ਪਰ ਇਹਨੂੰ ਰਾਮ ਰਾਮ ਨਾ ਜਪਣ ਦਾ ਇਹ ਆਦੀ ਹੈ, ਜਦੋਂ ਸਵੇਰੇ ਉੱਠਿਆ ਕਰੋਗੇ ਤੇ ਇਹਨੂੰ ਰਾਮ ਰਾਮ ਜਪਾ ਦਿਆ ਕਰਨਾ। ਉਹ ਕਹਿਣ ਲੱਗੀ ਠੀਕ ਹੈ। ਉਸਨੇ ਉਸ ਤੋਤੇ ਨੂੰ ਰਾਮ ਰਾਮ ਜਪਾਇਆ। ਉੱਥੋਂ ਉਹਨੂੰ ਸੋਝੀ ਆਈ ਵੀ ਜੇ ਇੱਕ ਜਾਨਵਰ, ਇੱਕ ਪੰਛੀ ਰਾਮ ਰਾਮ ਜਪ ਸਕਦਾ ਹੈ ਤੇ ਉਹਨੂੰ ਤਾਂ ਵਿਚਾਰੇ ਨੂੰ ਪਤਾ ਹੀ ਨਹੀਂ ਗਾ, ਉਹ ਤਾਂ ਇੱਕ ਆਵਾਜ਼ ਨੂੰ ਕਾਪੀ ਕਰਦਾ ਹੈ, ਆਵਾਜ਼ ਦੇ ਪਿੱਛੇ ਲੱਗਦਾ ਹੈ ਤੇ ਉਹ ਰਾਮ ਰਾਮ ਜਪਦਾ ਹੈ। ਤੇ ਜੇ ਮੈਂ ਰਾਮ ਰਾਮ ਜਪਾਂਗੀ, ਰੱਬ ਰੱਬ ਕਰਾਂਗੀ ਤੇ ਮੇਰਾ ਤਾਂ ਭਲਾ ਹੋ ਜਾਏਗਾ। ਸੁਦਾਮਾ ਅਪਦਾ ਤੇ ਰੱਖਿਆ, ਗਣਕਾ ਪੜਤ ਪੂਰੇ ਤੇ ਕਾਜ। ਕਹਿੰਦੇ ਨੇ ਹੁਣ ਗਣਕਾ ਨੇ ਕੀ ਕੀਤਾ, ਉਸ ਤੋਤੇ ਨੂੰ ਰਾਮ ਰਾਮ ਜਪਾਉਣਾ ਸ਼ੁਰੂ ਕਰ ਦਿੱਤਾ ਤੇ ਉਸ ਤੋਤੇ ਦੇ ਰਾਹੀਂ ਅਕਾਲ ਪੁਰਖ ਪਰਮਾਤਮਾ ਜੀਆਂ ਦੇ ਨਾਲ ਉਸ ਦੀ ਲਿਵ ਜੁੜ ਗਈ। ਉਸ ਸਾਧੂ ਨੇ ਉਹਨਾਂ ਨੂੰ ਤੋਤਾ ਦਿੱਤਾ ਤੇ ਉਹਦੇ ਰਾਹੀਂ ਪਰਮਾਤਮਾ ਦੇ ਨਾਲ ਉਹਨਾਂ ਦਾ ਧਿਆਨ ਜੁੜਿਆ, ਰੱਬ ਦੇ ਨਾਲ ਉਹਨਾਂ ਦੇ ਧਿਆਨ ਜੁੜਿਆ। ਕਹਿੰਦੇ ਨੇ ਇਸੇ ਤਰੀਕੇ ਦੇ ਨਾਲ ਭੱਟ ਸਾਹਿਬਾਨ ਕਹਿੰਦੇ ਮਹਾਰਾਜ ਹੁਣ ਕਲਯੁਗ ਹੈ, ਕਲਯੁਗ ਦੇ ਵਿੱਚ ਰੱਖੋ ਦਾਸ ਭਾਟ ਕੀ ਲਾਜ, ਹੁਣ ਮੇਰੀ ਲਾਜ ਰੱਖੋ ਸਤਿਗੁਰੂ, ਮੇਰੀ ਇੱਜ਼ਤ ਰੱਖੋ। ਇਹ ਹੈ ਅਰਦਾਸ ਦੁੱਖ ਵੇਲੇ ਦੀ, ਇਹ ਅਰਦਾਸ ਦੁੱਖ ਵੇਲੇ ਦੀ ਹੈ। ਸੁਦਾਮਾ ਵੀ ਦੁਖੀ ਹੈ, ਦ੍ਰੋਪਦੀ ਵੀ ਦੁੱਖ ਵੇਲੇ ਅਰਦਾਸ ਕਰਦੀ ਹੈ, ਪ੍ਰਹਿਲਾਦ ਨੂੰ ਵੀ ਦੁੱਖ ਹੋ ਰਿਹਾ ਹੈ ਇਸ ਵੇਲੇ। ਹੁਣ ਸ਼ੁਕਰਾਨੇ ਵੇਲੇ ਕਿਵੇਂ ਸਿਮਰਨ ਕੀਤਾ ਜਾਂਦਾ ਹੈ, ਸੁਖ ਵੇਲੇ ਸ਼ੁਕਰਾਨਾ ਤੇ ਸਿਮਰਨ ਕਿਵੇਂ ਕੀਤਾ ਜਾਂਦਾ ਹੈ। ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਭਰਾ ਹੈ ਪ੍ਰਿਥੀ ਚੰਦ। ਉਹ ਕਹਿੰਦਾ ਵੀ ਗੁਰਗੱਦੀ ਮੈਨੂੰ ਮਿਲਣੀ ਚਾਹੀਦੀ ਸੀ, ਪਰ ਮੇਰੇ ਛੋਟੇ ਭਰਾ ਨੂੰ ਮਿਲ ਗਈ ਗੁਰਗੱਦੀ, ਮੈਂ ਵੱਡਾ ਹਾਂ, ਮੈਨੂੰ ਗੁਰਗੱਦੀ ਮਿਲਣੀ ਚਾਹੀਦੀ ਸੀ। ਉਹ ਪੈਸੇ ਦਾ ਕਰਕੇ ਕਹਿੰਦਾ ਸੀਗਾ, ਉਹ ਇਸ ਕਰਕੇ ਕਹਿੰਦਾ ਸੀ ਵੀ ਗੋਲਕ ਜਿਹੜੀ ਹੈ ਉਹ ਮੇਰੇ ਹਿੱਸੇ ਆਉਂਦੀ ਹੈ, ਜੇ ਮੈਂ ਗੁਰੂ ਬਣ ਜਾਵਾਂਗਾ ਤਾਂ ਸਾਰੀ ਗੋਲਕ ਜਿਹੜੀ ਹੈ ਉਹ ਮੇਰੇ ਕੋਲ ਆ ਜਾਏਗੀ। ਮੈਂ ਹਿਸਾਬ ਕਿਤਾਬ ਬੜਾ ਸੁਚੱਜੇ ਢੰਗ ਨਾਲ ਰੱਖਦਾ ਹੈ। ਤੇ ਉਹ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਅੱਗੋਂ ਵੀ ਬੋਲ ਪੈਂਦਾ ਸੀ, ਕਈ ਵਾਰ ਗੁਰੂ ਸਾਹਿਬ ਜੀ ਦੇ ਅੱਗੋਂ ਵੀ ਬੋਲ ਪੈਂਦਾ ਸੀ, ਉੱਚਾ ਬੋਲ ਪੈਂਦਾ ਸੀ। ਪਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਦੀ ਉੱਚਾ ਨਹੀਂ ਬੋਲੇ, ਹਮੇਸ਼ਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀਆਂ ਦੀ ਸੇਵਾ ਕਰਦੇ ਰਹੇ, ਸੰਗਤ ਦੇ ਨਾਲ ਬਹੁਤ ਭਾਵ ਪਿਆਰ ਦੇ ਨਾਲ ਰਹਿਣਾ, ਬੜਾ ਸਤਿਕਾਰ ਕਰਨਾ। ਇਸ ਕਰਕੇ ਗੁਰੂ ਰਾਮਦਾਸ ਜੀਆਂ ਨੇ ਗੁਰਗੱਦੀ ਜਿਹੜੀ ਹੈ ਗੁਰੂ ਅਰਜਨ ਸਾਹਿਬ ਜੀਆਂ ਨੂੰ ਦੇ ਦਿੱਤੀ। ਤੇ ਪ੍ਰਿਥੀ ਚੰਦ ਕਹਿੰਦਾ ਹੈ ਵੀ ਨਹੀਂ, ਗੁਰਗੱਦੀ ਮੈਨੂੰ ਮਿਲਣੀ ਚਾਹੀਦੀ ਸੀ, ਮੈਂ ਵੱਡਾ ਪੁੱਤਰ ਹਾਂ। ਫਿਰ ਜਦੋਂ ਨਾ ਮਿਲੀ, ਪਹਿਲਾਂ ਤਾਂ ਇਹਨਾਂ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਬੋਲ ਕਬੋਲ ਬੋਲੇ ਕਿ ਤੁਹਾਨੂੰ ਬਿਰਧ ਅਵਸਥਾ ਹੋਣ ਕਰਕੇ ਤੁਹਾਨੂੰ ਕੋਈ ਸੋਝੀ ਨਹੀਂ ਰਹੀ, ਤੁਸੀਂ ਬਜ਼ੁਰਗ ਹੋ ਗਏ ਹੋ, ਇਸ ਕਰਕੇ। ਉਸ ਤੋਂ ਬਾਅਦ ਫਿਰ ਇਹਨੇ ਬੜਾ ਕੁਛ ਕੀਤਾ। ਬਾਅਦ ਵਿੱਚ ਇਹ ਜਹਾਂਗੀਰ ਬਾਦਸ਼ਾਹ ਦੇ ਕੋਲ ਜਾਂਦਾ ਰਿਹਾ। ਜਹਾਂਗੀਰ ਬਾਦਸ਼ਾਹ ਦੇ ਕੋਲ ਜਾਣਾ, ਉੱਥੇ ਤੱਕ ਸ਼ਿਕਾਇਤ ਲੈ ਕੇ ਜਾਣੀ, ਜਾਂ ਉਹਦੇ ਜਿਹੜੇ ਬਾਕੀ ਅਹਿਲਕਾਰ ਨੇ, ਸਿਪਾਹੀ ਜਾਂ ਜਰਨੈਲ, ਉਹਨਾਂ ਦੇ ਰਾਹੀਂ। ਫਿਰ ਉਹਨਾਂ ਦੇ ਵਿੱਚੋਂ ਇੱਕ ਸੀਗਾ ਸੁਲਹੀ ਖਾਨ, ਉਹ ਇਹਦਾ ਬੜਾ ਮਿੱਤਰ ਬਣ ਗਿਆ, ਉਹਦੇ ਨਾਲ ਦੋਸਤੀ ਬਣ ਗਈ, ਸਾਧਾਂ ਦੀ ਸਾਧਾਂ ਦੇ ਨਾਲ ਤੇ ਚੋਰਾਂ ਦੀ ਚੋਰਾਂ ਨਾਲ ਯਾਰੀ ਬਣ ਗਈ। ਗੁਰੂ ਅਰਜਨ ਸਾਹਿਬ ਜੀ ਦਾ ਮਿੱਤਰ ਸਾਈਂ ਮੀਆਂ ਮੀਰ ਹੈ, ਕਿਉਂਕਿ ਉਹ ਦੋਨੋਂ ਹੀ ਬੰਦਗੀ ਕਰਨ ਵਾਲੇ ਨੇ। ਤੇ ਪ੍ਰਿਥੀ ਚੰਦ ਦਾ ਮਿੱਤਰ ਕੌਣ ਹੈ? ਸੁਲਹੀ ਖਾਨ। ਬੜੀ ਇਹਨਾਂ ਦੀ ਮਿੱਤਰਤਾ ਬਣੀ। ਉਹ ਕਹਿੰਦੇ ਵੀ, ਸੁਲਹੀ ਖਾਨ ਕਹਿੰਦਾ ਝਗੜਾ ਕਿਹੜੀ ਗੱਲ ਦਾ ਹੈ? ਕਹਿੰਦੇ ਝਗੜਾ ਇਸ ਗੱਲ ਦਾ ਹੈ ਕਿ ਜਿਹੜਾ ਗੁਰੂ ਅਰਜਨ ਸਾਹਿਬ ਜੀ ਹੈ ਉਹ ਹੈ ਮੇਰਾ ਭਰਾ ਛੋਟਾ, ਪਰ ਗੁਰਗੱਦੀ ਮੈਨੂੰ ਮਿਲਣੀ ਚਾਹੀਦੀ ਸੀ, ਵੱਡੇ ਦਾ ਅਧਿਕਾਰ ਹੁੰਦਾ ਹੈ। ਤੇ ਕਹਿੰਦੇ ਉਹ ਹਰਿਮੰਦਰ ਸਾਹਿਬ ਦੇ ਵਿੱਚ ਸੰਗਤ ਆਉਂਦੀ ਹੈ, ਬਹੁਤ ਭੇਟਾਵਾਂ ਚੜ੍ਹਦੀਆਂ ਨੇ, ਉਹਦਾ ਧਿਆਨ ਭੇਟਾ ਤੇ ਸੀ। ਸੁਲਹੀ ਖਾਨ ਕਹਿੰਦਾ ਇਹ 'ਚ ਕਿਹੜੀ ਵੱਡੀ ਗੱਲ ਹੈ, ਤੈਨੂੰ ਮੈਂ ਜ਼ਮੀਨ ਦਿੰਦਾ ਕਾਫੀ, ਉਸ ਜ਼ਮੀਨ ਦੇ ਉੱਪਰ ਤੂੰ ਆਪਣਾ ਵੱਖਰਾ ਗੁਰਦੁਆਰਾ ਤਿਆਰ ਕਰ ਲੈ। ਇੱਕ ਹੇਹਰ ਪਿੰਡ ਦੇ ਵਿੱਚ ਇਸ ਨੂੰ ਬਹੁਤ ਖੁੱਲੀ ਜ਼ਮੀਨ ਦਿੱਤੀ ਗਈ ਤੇ ਇਸ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨਕਲ ਤਿਆਰ ਕੀਤੀ ਕਿ ਜਿਵੇਂ ਸ੍ਰੀ ਹਰਿਮੰਦਰ ਸਾਹਿਬ ਹੈ ਨਾ, ਇਵੇਂ ਹੀ ਇਸ ਨੇ ਆਪਣਾ ਵੱਖਰਾ ਦਰਬਾਰ ਬਣਾ ਲਿਆ ਪ੍ਰਿਥੀ ਚੰਦ ਨੇ। ਪਰ ਉਹ ਬਹੁਤਾ ਚੱਲਿਆ ਨਹੀਂ, ਝੂਠਾ ਸੀ, ਇਸ ਕਰਕੇ ਉਹ ਚੱਲ ਨਹੀਂ ਸਕਿਆ।
ਤੇ ਇਹਨੇ ਕੀ ਕਰਨਾ ਵੀ ਗੁਰੂ ਰਾਮਦਾਸ ਜੀ ਦਾ ਪੁੱਤਰ ਹੋਣ ਕਰਕੇ ਸੰਗਤ ਨੂੰ ਕਹਿਣਾ ਵੀ ਗੁਰਗੱਦੀ ਮੈਨੂੰ ਪ੍ਰਾਪਤ ਹੋਈ ਹੈ। ਤੇ ਜਿਹੜੀ ਬਾਹਰੋਂ ਦੂਰ ਦੁਰਾਡਿਓਂ ਸੰਗਤ ਆਉਣੀ, ਇਸਨੇ ਆਪਣੇ ਚੇਲੇ ਜਿਹੜੇ ਉਹ ਰਸਤੇ 'ਤੇ ਖਿਲਾਰ ਦੇਣੇ ਕਿ ਹੁਣ ਇਹ ਜਿਹੜੀ ਸੰਗਤ ਹੈ ਮੇਰੇ ਕੋਲ ਆਵੇ। ਜਦੋਂ ਜਿਹੜੀਆਂ ਭੇਟਾਵਾਂ ਇਹਨੇ ਆਪ ਰੱਖ ਲੈਣੀਆਂ ਤੇ ਪ੍ਰਸ਼ਾਦਾ ਛਕਣ ਵਾਸਤੇ ਨੇ ਗੁਰੂ ਅਰਜਨ ਸਾਹਿਬ ਜੀਆਂ ਦੇ ਕੋਲ ਭੇਜ ਦੇਣਾ। ਬਾਅਦ ਵਿੱਚ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀਆਂ ਨੇ ਆਖਿਆ ਵੀ ਇਸ ਤਰੀਕੇ ਦੇ ਨਾਲ ਸੰਗਤਾਂ ਦੀ ਸ਼ਰਧਾ ਨੂੰ ਫਰਕ ਪੈਂਦਾ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਸਕਦਾ ਵਿਚਾਰਿਆਂ ਨੂੰ ਕਿ ਪੂਰਾ ਗੁਰੂ ਕਿਹੜਾ ਹੈ। ਸੰਗਤ ਆਉਂਦੀ ਹੈ ਤੇ ਇਹਦੇ ਦਰਸ਼ਨ ਕਰਕੇ ਪਿੱਛੇ ਚਲੇ ਜਾਂਦੇ ਨੇ, ਆਪਣੇ ਆਪ ਇਹ ਬੈਠਾ ਹੋਇਆ ਸਾਹਮਣੇ। ਹੇਹਰ ਪਿੰਡ ਦੇ ਵਿੱਚ ਫਿਰ ਇਸਨੇ ਨਕਲ ਤਿਆਰ ਕਰਵਾਈ ਤੇ ਉਸ ਦੇ ਵਾਸਤੇ ਪੱਠੇ ਲਗਵਾਏ ਤੇ ਸੁਲਹੀ ਖਾਨ ਨੂੰ ਫਿਰ ਪੱਠੇ ਜਿਹੜੇ ਲਗਵਾਏ ਸੀਗੇ ਉਹ ਵਿਖਾਉਣ ਵਾਸਤੇ ਚਲਾ ਗਿਆ। ਉਸ ਤੋਂ ਬਾਅਦ ਵਿੱਚ ਇਹਨਾਂ ਨੇ ਗੁਰੂ ਅਰਜਨ ਸਾਹਿਬ ਜੀਆਂ ਦੇ ਉੱਪਰ ਹਮਲਾ ਕਰਨਾ ਸੀ ਸੁਲਹੀ ਖਾਨ ਨੇ। ਤੇ ਸਿੱਖ ਸੰਗਤ ਕਹਿੰਦੀ ਹੈ ਮਹਾਰਾਜ ਆਪਾਂ ਹਰਮੰਦਰ ਸਾਹਿਬ ਜੀਆਂ ਦੇ ਉੱਪਰ ਸੁਲਹੀ ਖਾਨ ਚੜ੍ਹ ਕੇ ਆ ਰਿਹਾ ਤੇ ਕਾਫੀ ਜ਼ਿਆਦਾ ਨੁਕਸਾਨ ਕਰ ਸਕਦਾ ਹੈ, ਹਮਲਾ ਕਰਨ ਵਾਸਤੇ ਆ ਰਿਹਾ ਹੈ। ਤੇ ਸਿੱਖ ਸੰਗਤ ਨੇ ਸਲਾਹ ਦਿੱਤੀ ਵੀ ਆਪਾਂ ਕੋਈ ਚਿੱਠੀ ਭੇਜਦੇ ਹਾਂ। ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਸਲਾਹ ਕੀਤੀ ਵੀ ਚਲੋ ਦੋ ਮਨੁੱਖ, ਦੋ ਸਰੀਰ ਸਿੱਖ ਭੇਜ ਕੇ ਉਹਨਾਂ ਨੂੰ ਕਹਿੰਦੇ ਆ ਵੀ ਸਿੱਖ ਸੰਗਤਾਂ ਇੱਥੇ ਪਹੁੰਚੀਆਂ ਨੇ, ਸ਼ਰਧਾ ਦਾ ਇੱਕ ਘਰ ਹੈ, ਅਸੀਂ ਕਿਸੇ ਦਾ ਬੁਰਾ ਚਿਤਵਦੇ ਨਹੀਂ ਹਾਂ ਤੇ ਆਪਾਂ ਦੋ ਮਨੁੱਖ ਭੇਜ ਕੇ ਤੇ ਉਹਨਾਂ ਦੇ ਨਾਲ ਸਮਝੌਤਾ ਕਰ ਲੈਂਦੇ ਹਾਂ। ਪਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਨਹੀਂ, ਆਪਾਂ ਕੇਵਲ ਅਕਾਲ ਪੁਰਖ ਪਰਮਾਤਮਾ ਜੀ ਦੇ ਅੱਗੇ ਅਰਦਾਸ ਕਰਦੇ ਹਾਂ। ਸ਼ੁਕਰਾਨੇ ਵਿੱਚ ਕਿਵੇਂ ਪਰਮਾਤਮਾ ਨੂੰ ਚੇਤੇ ਕੀਤਾ ਜਾਂਦਾ ਹੈ। ਸੋ ਕਹਿਣ ਲੱਗੇ ਵੀ ਇਸ ਤਰੀਕੇ ਦੇ ਨਾਲ ਪ੍ਰਥਮੇ ਮਤਾ ਜੇ ਪੱਤਰੀ ਚਲਾਵੋ। ਪ੍ਰਥਮੇ ਪਹਿਲਾਂ ਸਲਾਹ ਮਿਲੀ ਗਈ ਹੈ ਪ੍ਰਥਮੇ ਮਤਾ ਕਿ ਕੋਈ ਪੱਤਰੀ ਚਿੱਠੀ ਭੇਜੀਏ ਸੁਲਹੀ ਖਾਨ ਵੱਲ। ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵੋ। ਫਿਰ ਦੂਜਾ ਮਤਾ ਕੀਤਾ ਗਿਆ ਵੀ ਦੋ ਮਨੁੱਖ ਭੇਜ ਦਿੰਦੇ ਆ। ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਕਹਿੰਦੇ ਫਿਰ ਕੋਈ ਉਪਾਅ ਸੁਝੇ, ਕੋਈ ਨਾ ਕੁਛ ਕਰੀਏ ਕਿ ਉਹਦਾ ਮੁਕਾਬਲਾ ਕੀਤਾ ਜਾ ਸਕੇ। ਪਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਮੈਂ ਸਭ ਕੁਝ ਛੋੜ ਪ੍ਰਭ ਤੁਹੀਂ ਤੇ ਆਇਆ। ਮੈਂ ਸਾਰਾ ਕੁਝ ਛੱਡ ਕੇ ਪਰਮਾਤਮਾ ਦੇ ਅੱਗੇ ਹੱਥ ਜੋੜੇ, ਅਰਦਾਸ ਕੀਤੀ, ਹੇ ਅਕਾਲ ਪੁਰਖ ਪਰਮਾਤਮਾ ਹੁਣ ਤੁਸੀਂ ਕਿਰਪਾ ਕਰ ਸਕਦੇ ਹੋ। ਫਿਰ ਉਹਨਾਂ ਨੇ ਸ਼ਬਦ ਲਿਖਿਆ, ਸੁਲਹੀ ਤੇ ਨਾਰਾਇਣ ਰਾਖ। ਸੁਲਹੀ ਖਾਨ ਤੋਂ ਨਾਰਾਇਣ ਅਕਾਲ ਪੁਰਖ ਪਰਮਾਤਮਾ ਜੀਆਂ ਨੇ ਬਚਾਇਆ। ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੁਆ ਨਾ ਪਾਕ। ਇਹ ਮੁਸਲਮਾਨ ਘਰਾਣੇ ਨਾਲ ਸੰਬੰਧ ਰੱਖਦਾ ਸੀਗਾ ਸੁਲਹੀ ਖਾਨ। ਤੇ ਜਦੋਂ ਪ੍ਰਿਥੀ ਚੰਦ ਇਹਨਾਂ ਨੂੰ ਪੱਠੇ ਵਿਖਾਉਣ ਵਾਸਤੇ ਲੈ ਕੇ ਗਿਆ ਤੇ ਘੋੜੇ ਸਮੇਤ ਦੇ ਪੱਠੇ ਦੇ ਉੱਪਰ, ਆਵੇ ਦੇ ਉੱਪਰ ਚੜ ਜਾਂਦਾ ਹੈ, ਜਿਸ ਕਰਕੇ ਉਸ ਪੱਠੇ ਦੇ ਵਿੱਚ ਬਲਦੀ ਹੋਈ ਅੱਗ ਦੇ ਵਿੱਚ ਡਿੱਗ ਪੈਂਦਾ ਤੇ ਘੋੜੇ ਸਮੇਤ ਹੀ ਸੜ ਜਾਂਦਾ ਹੈ। ਉਹ ਭਿਆਨਕ ਅੱਗ ਬਹੁਤ ਜ਼ਿਆਦਾ ਹੁੰਦੀ ਹੈ, ਬੜੀ ਜ਼ਿਆਦਾ ਅੱਗ ਹੁੰਦੀ, ਕਿਉਂਕਿ ਉਹਨਾਂ ਕੱਚੀਆਂ ਇੱਟਾਂ ਨੂੰ ਪੱਕੀਆਂ ਕਰਨਾ ਹੁੰਦਾ ਤੇ ਥੱਲੇ ਬਹੁਤ ਜ਼ਿਆਦਾ ਭਿਆਨਕ, ਇੰਨੀ ਜ਼ਿਆਦਾ ਅੱਗ ਹੁੰਦੀ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਜਦੋਂ ਕੋਈ ਉਹਦੇ ਵਿੱਚ ਡਿੱਗ ਜਾਵੇ ਨਾ, ਜੇ ਕੋਈ ਬੰਦਾ ਉਹਦੇ ਵਿੱਚ ਡਿੱਗ ਜਾਵੇ, ਥੱਲੋਂ ਇੱਟ ਖਿਸਕ ਜਾਵੇ, ਜੇ ਕੋਈ ਡਿੱਗ ਜਾਵੇ ਉਸ ਦੇ ਵਿੱਚ ਤੇ ਉਹਨੂੰ ਬਾਹਰ ਨਹੀਂ ਕੱਢਿਆ ਜਾਂਦਾ, ਕਿਉਂਕਿ ਸਰੀਰ ਬਚਦਾ ਹੀ ਨਹੀਂ ਹੈ। ਫਿਰ ਇੰਨੀ ਜ਼ਿਆਦਾ ਅੱਗ ਹੁੰਦੀ ਹੈ, ਸਰੀਰ ਬਚਣ ਦਾ ਕੋਈ ਫਾਇਦਾ ਨਹੀਂ ਹੁੰਦਾ, ਕੋਈ ਲਾਭ ਨਹੀਂ ਹੁੰਦਾ, ਕੋਈ ਚਾਂਸ ਹੀ ਨਹੀਂ ਹੁੰਦਾ ਕਿ ਉਹ ਸਰੀਰ ਬਿਲਕੁਲ ਸੜ ਜਾਂਦਾ ਹੈ। ਫਿਰ ਉਸਨੂੰ ਉਸ ਦੇ ਵਿੱਚ ਜਿਹੜਾ ਡਿੱਗ ਪਿਆ ਬੰਦਾ, ਉਹਦੇ ਵਿੱਚ ਹੀ ਫਿਰ ਉਹ ਸਰੀਰ ਜਿਹੜਾ ਹੈ ਸੰਸਕਾਰ ਹੋ ਜਾਂਦਾ ਹੈ, ਉਹਦੇ ਵਿੱਚ ਹੀ ਸੜ ਜਾਂਦਾ ਸਰੀਰ, ਬਾਹਰ ਨਹੀਂ ਕੱਢਦੇ ਉਹਨੂੰ। ਇਹ ਸੁਲਹੀ ਖਾਨ ਫਿਰ ਉਸ ਭੱਠੇ ਦੇ ਵਿੱਚ ਜਦੋਂ ਡਿੱਗਾ ਤੇ ਨਾ ਪਾਕ ਇਸ ਕਰਕੇ ਹੋਇਆ ਕਿ ਮੁਸਲਮਾਨ ਘਰਾਣਾ ਜਿਹੜਾ ਹੈ ਉਹ ਸਰੀਰ ਨੂੰ ਦਫਨਾਉਂਦਾ ਹੈ, ਸੰਸਕਾਰ ਨਹੀਂ ਕਰਦਾ। ਸੁਲਹੀ ਹੋਏ ਮੁਆ ਨਾ ਪਾਕ, ਆਪਣੇ ਧਰਮ ਤੋਂ ਵੱਖਰਾ ਹੋ ਕੇ ਮਰਿਆ, ਭਾਵ ਕਿ ਉਹਦਾ ਸੰਸਕਾਰ ਜਿਵੇਂ ਹੋ ਗਿਆ, ਸੜ ਗਿਆ, ਉਹ ਹੋਏ ਮੁਆ ਨਾ ਪਾਕ। ਕਾੜ ਕੁਠਾਰ ਖਸਮ ਸਿਰ ਕਾਟਿਆ। ਖਸਮ ਰੱਬ ਜੀਆਂ ਨੇ ਕੁਠਾਰ ਕੱਢ ਕੇ, ਕੁਠਾਰ ਇੱਕ ਸ਼ਸਤਰ ਹੁੰਦਾ ਹੈ, ਜਿਹੜੀ ਕੁਠਾਰ ਜਿਹੜੀ ਹੈ ਉਹ ਬਿਲਕੁਲ ਛੋਟੇ ਰੂਪ ਦੇ ਵਿੱਚ ਹੁੰਦੀ ਹੈ। ਕਾੜ ਕੁਠਾਰ ਖਸਮ ਸਿਰ ਕਾਟਿਆ, ਜਿਨ ਰਚਿਆ ਤਿੰਨ ਦੀਨੋਂ ਧਾਕ। ਜਿਸ ਰੱਬ ਜੀਆਂ ਨੇ ਇਹਨੂੰ ਰਚਿਆ ਸੀ ਫਿਰ ਉਹੀ ਲੈ ਗਿਆ ਇਹਨੂੰ। ਪੁੱਤਰ ਮੀਤ ਧਨ ਕੱਛ ਨਾ ਰਹਿਓ, ਛੋੜ ਗਿਆ ਸਭ ਭਾਈ ਸਾਕ। ਕਹਿੰਦੇ ਹੁਣ ਪੁੱਤਰ ਮੀਤ ਮਿੱਤਰ ਵੀ ਇੱਥੇ ਰਹਿ ਗਿਆ,
ਕਾਫੀ ਜ਼ਿਆਦਾ ਧਨ ਜਿਹੜਾ ਪ੍ਰੀਤੀ ਚੰਦ ਨੇ ਉਹਨੂੰ ਦਿੱਤਾ ਸੀ ਹਮਲਾ ਕਰਨ ਵਾਸਤੇ, ਉਹ ਵੀ ਇੱਥੇ ਹੀ ਰਹਿ ਗਿਆ। ਪੁੱਤਰ ਜਿਹੜੇ ਉਹ ਵੀ ਇੱਥੇ ਰਹਿ ਗਏ। ਛੋੜ ਗਿਆ ਸਭ ਭਾਈ ਸਾਗ, ਸਭ ਕੁਝ ਛੱਡ ਗਿਆ। ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਅਕਾਲ ਪੁਰਖ ਪਰਮਾਤਮਾ ਚੋਂ ਤੋਂ ਬਲਿਹਾਰ ਜਾਂਦਾ, ਜਿਨ ਜਨ ਕਾ ਕੀਨੋ ਪੂਰਨ ਵਾਕ, ਜਿਨ੍ਹਾਂ ਨੇ ਆਪਣੇ ਸੇਵਕ ਦੀ ਅਰਦਾਸ ਸੁਣੀ ਹੈ, ਆਪਣੇ ਸੇਵਕ ਦੀ ਅਰਦਾਸ ਸੁਣੀ ਹੈ। ਇਸ ਤਰੀਕੇ ਦੇ ਨਾਲ ਪ੍ਰਭ ਕੀ ਉਸਤਤ ਦੋ ਤਰੀਕਿਆਂ ਨਾਲ ਬੰਦਾ ਕਰਦਾ, ਦੁੱਖ ਵੇਲੇ, ਸੁੱਖ ਵੇਲੇ। ਸਤਿਗੁਰੂ ਜੀ ਕਹਿੰਦੇ ਨੇ, ਹੁਣ ਦੁੱਖ ਵੇਲੇ ਬੰਦਾ ਆਖੇ ਵੀ ਨਹੀਂ, ਉਦੋਂ ਤਾਂ ਆਪਦਾ ਹੀ ਨਹੀਂ ਸਰਦਾ ਤੇ ਅਸੀਂ ਅਰਦਾਸਾਂ ਕਿਵੇਂ ਕਰ ਸਕਦੇ ਹਾਂ, ਤੇ ਸੁੱਖ ਵੇਲੇ ਬੰਦਾ ਭੁੱਲ ਜਾਂਦਾ ਹੈ, ਉਦੋਂ ਨਹੀਂ ਚੇਤੇ ਰੱਖਦਾ। ਪਰ ਗੁਰਬਾਣੀ ਕਹਿੰਦੀ ਹੈ ਕਈ ਵਾਰੀ ਐਵੇਂ ਹੁੰਦਾ ਹੈ ਕਿ ਸੁੱਖ ਜਿਹੜਾ ਹੈ ਉਹ ਦੁੱਖ ਵਿੱਚ ਤਬਦੀਲ ਹੋ ਜਾਂਦਾ ਹੈ, ਤੇ ਜਿਹੜਾ ਦੁੱਖ ਹੈ ਉਹ ਦਵਾ ਬਣ ਜਾਂਦਾ ਹੈ। ਦੁੱਖ ਦਾਰੂ ਸੁੱਖ ਰੋਗ ਪਿਆ, ਦੁੱਖ ਜਿਹੜਾ ਹੈ ਉਹ ਦਾਰੂ ਬਣ ਗਿਆ, ਉਹ ਕੁਝ ਸਾਨੂੰ ਸਫਲ ਕਰ ਗਿਆ। ਦੁੱਖ ਦੇ ਵਿੱਚ ਜਦੋਂ ਅਸੀਂ ਪਰਮਾਤਮਾ ਨੂੰ ਚੇਤੇ ਕੀਤਾ ਤੇ ਉਹ ਦੁੱਖ ਹੀ ਸਾਨੂੰ ਪਰਮਾਤਮਾ ਦੇ ਨਾਲ ਜੋੜ ਦਿੰਦਾ ਹੈ। ਤੇ ਸੁੱਖ ਜਿਹੜਾ ਕਈ ਵਾਰੀ ਰੋਗ ਬਣ ਜਾਂਦਾ ਹੈ। ਦੁੱਖ ਦਾਰੂ ਸੁੱਖ ਰੋਗ ਪਿਆ। ਇਸ ਕਰਕੇ ਅਕਾਲ ਪੁਰਖ ਪਰਮਾਤਮਾ ਜੀ ਦੀ ਉਸਤਤ ਅਸੀਂ ਤਾਂ ਕਰਨੀ ਹੈ, ਹਰ ਵਕਤ ਉਹਨੂੰ ਚੇਤੇ ਰੱਖਣਾ ਹੈ। ਦੁੱਖ ਵੇਲੇ ਵੀ ਸੁੱਖ ਵੇਲੇ ਵੀ ਹਰ ਵਕਤ ਪਰਮਾਤਮਾ ਜੀਆਂ ਨੂੰ ਚੇਤੇ ਦੇ ਵਿੱਚ ਰੱਖਣਾ ਹੈ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਿਰਾਸ। ਹਰ ਵੇਲੇ ਹਰ ਵਕਤ ਉਸ ਪਰਮਾਤਮਾ ਜੀਆਂ ਨੂੰ ਧਿਆਉਣਾ ਕਰੀਏ। ਹਰ ਵੇਲੇ ਅਸੀਂ ਅਕਾਲ ਪੁਰਖ ਪਰਮਾਤਮਾ ਜੀਆਂ ਦਾ ਨਾਮ ਜਪੀਏ। ਸਾਸ ਗਿਰਾਸ ਸਭ ਕਿਛ ਵਰਤੇ ਤਿਸ ਕਾ ਕੀਆ, ਕਿਉਂਕਿ ਜੋ ਕਿਛ ਵਰਤ ਰਿਹਾ ਨਾ ਉਸ ਪਰਮਾਤਮਾ ਜੀ ਦਾ ਕੀਤਾ ਹੋਇਆ ਵਰਤ ਰਿਹਾ ਹੈ। ਜੋ ਉਹਨੂੰ ਚੰਗਾ ਲੱਗਦਾ ਹੈ ਉਹ ਕਰਦਾ ਹੈ ਅਕਾਲ ਪੁਰਖ ਪਰਮਾਤਮਾ, ਜੋ ਵੀ ਉਸ ਨੂੰ ਚੰਗਾ ਲੱਗਦਾ ਹੈ। ਇਸ ਕਰਕੇ ਬੰਦਾ ਆਪਣੇ ਵੱਲੋਂ ਕੁਝ ਕਰਨ ਦਾ ਯਤਨ ਤਾਂ ਕਰਦਾ ਹੈ, ਪਰ ਉਹਦੇ ਵਿੱਚ ਸਫਲ ਨਹੀਂ ਹੁੰਦਾ, ਕਿਉਂਕਿ ਵਿੱਥ ਜਿਹੜੀ ਬਣੀ ਹੋਈ ਹੈ ਉਹ ਇਸੇ ਕਰਕੇ ਬਣੀ ਹੋਈ ਹੈ। ਗੁਰਬਾਣੀ ਨੇ ਕਿਹਾ ਨਾ ਕਿ ਕੋਈ ਬਹੁਤਾ ਵੱਡਾ ਵਿਛੋੜਾ ਨਹੀਂ ਹੈਗਾ, ਕੋਈ ਬਹੁਤੀ ਵੱਡੀ ਲੰਮੀ ਚੌੜੀ ਗੱਲ ਨਹੀਂ ਹੈਗੀ, ਸਿਰਫ ਇੱਕ ਝੂਠ ਦੀ ਕੰਧ ਬਣੀ ਹੋਈ ਹੈ ਕਿ ਬੰਦਾ ਜਿਹੜਾ ਹੈ ਉਹ ਹਮੇਸ਼ਾ ਝੂਠ ਦਾ ਸਹਾਰਾ ਲੈਂਦਾ ਹੈ। ਅਕਾਲ ਪੁਰਖ ਪਰਮਾਤਮਾ ਜਿਹੜਾ ਉਹ ਸੱਚਾ ਹੈ। ਤੇ ਗੁਰਬਾਣੀ ਕਹਿੰਦੀ ਵੀ ਮਹਾਰਾਜ ਫਿਰ ਕਿਸ ਤਰੀਕੇ ਦੇ ਨਾਲ ਅਸੀਂ ਪਾਰ ਉਤਰ ਸਕਦੇ ਹਾਂ। ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ। ਅਸੀਂ ਕਿਵੇਂ ਪਵਿੱਤਰ ਹੋਈਏ, ਕਿਵੇਂ ਸਾਡੀ ਝੂਠ ਦੀ ਜਿਹੜੀ ਕੰਧ ਹੈ ਉਹ ਟੁੱਟੇ। ਗੁਰਬਾਣੀ ਕਹਿੰਦੀ ਵੀ ਪਹਿਲਾਂ ਤਾਂ ਇਹ ਵੇਖ ਤੂੰ ਝੂਠ ਮਾਰ ਕਿਸ ਗੱਲੋਂ ਰਿਹਾ ਹੈ, ਤੂੰ ਝੂਠ ਬੋਲ ਕਿਸ ਗੱਲੋਂ ਰਿਹਾ ਹੈ, ਉਹਦਾ ਕਾਰਨ ਕੀ ਹੈ। ਜੇ ਉਹਦਾ ਤੈਨੂੰ ਕਾਰਨ ਲੱਭ ਗਿਆ ਨਾ ਤੇ ਉਸ ਕਾਰਨ ਕਰਕੇ ਪ੍ਰਮਾਤਮਾ ਦੇ ਨਾਲ ਜੁੜਿਆ ਜਾ ਸਕਦਾ ਹੈ। ਕਾਰਨ ਲੱਭੋ, ਉਸ ਕਾਰਨ ਦੇ ਨਾਲ ਅਸੀਂ ਪ੍ਰਮਾਤਮਾ ਜੀਆਂ ਨੂੰ ਲੱਭ ਸਕਦੇ ਹਾਂ। ਤੇ ਜੇ ਬੰਦਾ ਆਖੇ ਵੀ ਉਹ ਕਾਰਨ ਕੀ ਹੈਗਾ, ਕਾਰਨ ਤਾਂ ਕੋਈ ਵੀ ਨਹੀਂ ਹੈਗਾ। ਕਾਰਨ ਜ਼ਰੂਰ ਕੋਈ ਨਾ ਕੋਈ ਹੁੰਦਾ ਹੈ। ਜੇ ਬੰਦਾ ਪਾਪੀ ਬਣਿਆ ਹੈ ਤਾਂ ਪਾਪੀ ਕਿਉਂ ਬਣਿਆ ਹੈ, ਜੇ ਬੰਦਾ ਵਿਕਾਰੀ ਬਣਿਆ ਤਾਂ ਕਿਉਂ ਬਣਿਆ ਹੈ। ਜੇ ਉਹਨੂੰ ਕਾਰਨ ਲੱਭ ਜਵੇ, ਉਸ ਕਾਰਨ ਨੂੰ ਖਤਮ ਕਰੇ ਤੇ ਕਰਤਾ ਪ੍ਰਮਾਤਮਾ ਮਿਲ ਸਕਦਾ ਹੈ। ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ। ਮਹਾਰਾਜ ਕਿਵੇਂ ਅਸੀਂ ਸਚਿਆਰ ਬਣ ਸਕੀਏ, ਕਿਵ ਕੂੜੇ ਟੁੱਟੇ ਪਾਲ। ਤੇ ਮਹਾਰਾਜ ਕਹਿੰਦੇ ਨੇ ਆ ਤੈਨੂੰ ਦੱਸਦਾ ਕਿ ਕੀ ਕਾਰਨ ਬਣਿਆ, ਤੇ ਉਹ ਕਾਰਨ ਕੀ ਹੈਗਾ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਤੇਰੀ ਕਿਰਤ ਜਿਹੜੀ ਹੈ ਨਾ ਉਹ ਥੋੜੀ ਜਿਹੀ ਗਲਤ ਹੋ ਗਈ। ਕਿਰਤ ਮਾੜੀ ਕਰ ਬੈਠਾ, ਜਿਹਦੇ ਨਾਲ ਕਰਮ ਮਾੜੇ ਹੋ ਗਏ। ਕਿਰਤ ਦੇ ਵਿੱਚ ਝੂਠ ਹੈ, ਕਿਰਤ ਦੇ ਵਿੱਚ ਪਾਪ ਹੈ, ਕਿਰਤ ਦੇ ਵਿੱਚ ਫਰੇਬ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੀ ਨਾ ਮਲਕ ਭਾਗੋ ਨੂੰ, ਉਹ ਕਹਿੰਦਾ ਮੇਰੇ ਘਰ ਦੇ ਵਿੱਚ ਬੜੇ ਸੋਹਣੇ ਪਕਵਾਨ ਪੱਕੇ ਨੇ, ਬਹੁਤ ਸੋਹਣੇ ਪਕਵਾਨ ਪੱਕੇ ਹਨ, ਤੇ ਤੁਸੀਂ ਲਾਲੋ ਦੇ ਘਰ ਦੇ ਵਿੱਚ ਕੋਧਰੇ ਦੀ ਰੋਟੀ ਖਾ ਕੇ ਗੁਜ਼ਾਰਾ ਕਰਦੇ ਹੋ, ਆਓ ਮੇਰੇ ਘਰ ਵਿੱਚ ਜਾਓ ਤੇ ਭੋਜਨ ਛਕੋ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਗੱਲ ਇਹ ਨਹੀਂ, ਅਸੀਂ ਰੋਟੀ ਨੂੰ ਨਹੀਂ ਭੰਡਦੇ, ਰੋਟੀ ਦਾ ਤਾਂ ਕਸੂਰ ਹੀ ਕੋਈ ਨਹੀਂ, ਉਹਨੇ ਤਾਂ ਸਰੀਰ ਵਿੱਚ ਜਾਣਾ ਤੇ ਭੁੱਖ ਮਿਟਾਉਣੀ ਹੈ। ਪਰ ਇਹਦੀ ਜਿਹੜੀ ਪਿੱਛੇ ਜਿਨ੍ਹਾਂ ਨੇ ਕਮਾ ਕੇ ਤੈਨੂੰ ਰੋਟੀ ਦਿੱਤੀ ਹੈ, ਉਹਨਾਂ ਲੋਕਾਂ ਦਾ ਵਿੱਚ ਪਸੀਨਾ ਹੈ, ਤੇ ਕਈਆਂ ਲੋਕਾਂ ਦੀ ਇਹਦੇ ਵਿੱਚ ਕਮਾਈ ਹੋਏਗੀ, ਕਈਆਂ ਲੋਕਾਂ ਦਾ ਇਹਦੇ ਵਿੱਚ ਪੈਸਾ ਹੈ। ਭਾਵ ਕਿ ਕਿੰਨੇ ਲੋਕਾਂ ਦਾ ਨਾਲ ਤੂੰ ਧੋਖਾ ਕਰਕੇ, ਕਿੰਨੇ ਲੋਕਾਂ ਦਾ ਪੈਸਾ ਤੂੰ ਮਾਰ ਕੇ ਤੇ ਇਹ ਰੋਟੀ ਜਿਹੜੀ ਹੈ ਇਹਨੂੰ ਸੋਹਣਾ ਬਣਾਇਆ ਹੈ। ਇਸ ਕਰਕੇ ਤੇਰੀ ਰੋਟੀ ਦੇ ਵਿੱਚ ਖੂਨ ਹੈ,
ਤੇਰੀ ਰੋਟੀ, ਵੈਸੇ ਰੋਟੀ ਖਾਓਗੇ ਤਾਂ ਖੂਨ ਹੀ ਬਣੇਗਾ, ਉਹਦਾ ਅਰਥ ਇਹ ਹੈ ਵੀ ਤੇਰੀ ਰੋਟੀ ਦੇ ਵਿੱਚ ਗਰੀਬਾਂ ਦਾ ਖੂਨ ਹੈ, ਲੋਕਾਂ ਦਾ ਲੁੱਟਿਆ ਹੋਇਆ ਤੂੰ। ਤੇ ਜਿਹੜਾ ਭਾਈ ਲਾਲੋ ਹੈ ਉਹਨੇ ਆਪਣੀ ਕਿਰਤ ਕਰਕੇ ਤੇ ਰੋਟੀ ਖਾਧੀ ਹੈ, ਬਣਾਈ ਹੈ, ਉਹ ਭਾਵੇਂ ਗਰੀਬ ਹੈ ਪਰ ਉਹਦੀ ਕਿਰਤ ਜਿਹੜੀ ਹੈ ਉਹ ਸੁੱਚੀ ਹੈ। ਫਿਰ ਉਹ ਕਹਿੰਦੇ ਵੀ ਧੇਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ। ਇੱਕ ਗਊ ਜਿਹੜੀ ਹੈ ਉਹ ਦੁੱਧ ਨਾ ਦੇਵੇ ਤੇ ਬੰਦਾ ਉਹਨੂੰ ਰੱਖਦਾ ਨਹੀਂ ਨਾ, ਘਰੋਂ ਕੱਢ ਦਿੰਦਾ ਹੈ। ਧੇਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸ਼ਾਖ ਕੁਮਲਾਵਤੀ। ਜੇ ਸਾਡੇ ਘਰ ਦੇ ਵਿੱਚ ਕੋਈ ਛੋਟਾ ਜਿਹਾ ਬੂਟਾ ਹੈ ਜਾਂ ਵੱਡਾ ਹੈ, ਜਦੋਂ ਵੈਸੇ ਇੱਕ ਉਦਾਹਰਣ ਹੈ, ਜਦੋਂ ਛੋਟਾ ਜਿਹਾ ਕੋਈ ਦਰਖਤ ਲਾਇਆ ਜਾਵੇ ਨਾ, ਉਹ ਇੱਕ ਵਾਰ ਸੁੱਕਦਾ ਹੈ, ਉਹਦੇ ਪੱਤੇ ਝੜ ਜਾਂਦੇ ਨੇ, ਪਰ ਇੱਕ ਜਿਹੜੀ ਉਹਦੀ ਸਿਰ ਦੇ ਉੱਪਰ ਸ਼ਾਖ ਹੁੰਦੀ ਨਾ, ਉਹ ਹਰੀ ਹੋਵੇ ਤੇ ਉੱਥੋਂ ਪਤਾ ਲਗਾਇਆ ਜਾ ਸਕਦਾ ਵੀ ਇਹ ਦੁਬਾਰਾ ਪੁੰਗਰ ਰਿਹਾ ਹੈ, ਵੱਧ ਰਿਹਾ ਹੈ, ਸੁੱਕ ਨਹੀਂ ਗਿਆ। ਤੇ ਜੇ ਸ਼ਾਖ ਸੁੱਕ ਜਾਵੇ, ਉਹ ਉੱਪਰੋਂ ਦਾ ਜਿਹੜਾ ਸਿਰ ਹੈ ਉਹ ਸੁੱਕਾ ਹੋ ਜਾਵੇ, ਤਾਂ ਉਸ ਤੋਂ ਬਾਅਦ ਉਹਦੀ ਕੋਈ ਮਰਿਆਦਾ ਨਹੀਂ ਹੁੰਦੀ, ਆਖਿਆ ਜਾਂਦਾ ਵੀ ਸੁੱਕ ਗਿਆ ਹੁਣ। ਜਲ ਬਿਨ ਸ਼ਾਖ ਕੁਮਲਾਵਤੀ, ਉਪਜੇ ਨਾਹੀ ਦਾਮ। ਤੇ ਕਹਿੰਦੇ ਬੰਦਿਆ ਤੂੰ ਆਇਆ ਲਾਹਾ ਲੈਣ, ਤੂੰ ਤਾਂ ਰੱਬ ਦਾ ਨਾਮ ਜਪਣ ਵਾਸਤੇ ਆਇਆ ਸੀ। ਫਰਕ ਇੰਨਾ ਕੀ ਹੈ ਵੀ ਜਿਵੇਂ ਧੇਨ ਗਊ ਦੁੱਧ ਨਾ ਦੇਵੇ, ਉਹਦਾ ਰੱਸਾ ਲਾ ਦਿੰਦਾ ਹੈ ਮਾਲਕ, ਪਾਣੀ ਤੋਂ ਬਿਨਾ ਉਹ ਜਿਹੜਾ ਦਰਖਤ ਹੈ, ਉਹ ਪੌਦਾ ਜਿਹੜਾ ਨਾ ਫੁੱਲੇ ਤਾਂ ਉਸ ਨੂੰ ਬਾਹਰ ਸੁੱਟ ਦਿੱਤਾ ਜਾਂਦਾ ਹੈ। ਬਸ ਤੇਰੇ ਵਿੱਚ ਤੇ ਪ੍ਰਮਾਤਮਾ ਜੀਆਂ ਦੇ ਵਿੱਚ ਇਹੀ ਹੈ, ਜਿਵੇਂ ਉਸ ਮਾਲਕ ਨੇ ਰੱਸਾ ਲਾ ਦਿੱਤਾ, ਉਹ ਸ਼ਾਖ ਮਿਲਾ ਗਈ। ਇਸ ਕਰਕੇ ਰੱਖਿਆ ਤਾਂ ਹੈ ਪ੍ਰਮਾਤਮਾ ਨੇ ਤੇਰਾ ਧਿਆਨ, ਕਿਉਂਕਿ ਤੂੰ ਉਹਦਾ ਜੀਵ ਹੈ, ਤੇਰੀ ਉਹਨੇ ਰੱਖਿਆ ਕਰਨੀ ਹੈ। ਪਰ ਜਿਹੜਾ ਵਿਛੋੜਾ ਬਣ ਗਿਆ ਉਹ ਇਸੇ ਕਰਕੇ ਬਣ ਗਿਆ ਕਿ ਤੂੰ ਪਰਮਾਤਮਾ ਨੂੰ ਨਾਮ ਨਹੀਂ ਜਪਿਆ, ਪਰਮਾਤਮਾ ਨੂੰ ਚੇਤੇ ਨਹੀਂ ਰੱਖਿਆ, ਸਿਮਰਿਆ ਨਹੀਂ, ਇਸ ਕਰਕੇ ਉਹ ਵੱਖਰਾਪਨ ਹੋ ਗਿਆ, ਵਿਛੋੜਾ ਪੈ ਗਿਆ। ਤੇ ਫਿਰ ਮਿਲਿਆ ਕਿਵੇਂ ਜਾਵੇ? ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਦੇ ਵਿੱਚ ਚੱਲਣਾ ਕੀ ਹੁੰਦਾ ਹੈ? ਹੁਕਮ ਦੇ ਵਿੱਚ ਚੱਲਣਾ ਇਹ ਹੁੰਦਾ ਹੈ ਦੁੱਖ ਨੂੰ ਸੁੱਖ ਕਰਕੇ ਮੰਨਣਾ, ਭੁੱਖ ਨੂੰ ਰੱਜੇ ਹੋਏ ਕਰਕੇ ਮੰਨਣਾ। ਇਦਾਂ ਹੋ ਸਕਦਾ ਕਦੀ ਵੀ ਬੰਦਾ ਭੁੱਖਾ ਹੋਵੇ ਤੇ ਆਖੇ ਮੈਂ ਰੱਜਿਆ ਹੋਇਆ? ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਸਤਿਗੁਰੂ ਜੀ ਕਹਿੰਦੇ ਨੇ ਜੋ ਜੈਸਾ ਕਰੇ ਤੈਸਾ ਕੋ ਥੀਆ, ਜਿਹੋ ਜਿਹਾ ਪਰਮਾਤਮਾ ਕਰਦਾ ਹੈ ਉਹੋ ਜਿਹਾ ਹੁੰਦਾ ਹੈ। ਜੋ ਤੋ ਭਾਵੇ ਸੋਈ ਥੀਸੀ, ਜੋ ਤੂੰ ਦੇ ਸੋਈ ਹੋਂ ਪਾਈ। ਜੋ ਤੂੰ ਕਰਦਾ ਹੈ ਉਹੀ ਹੁੰਦਾ ਹੈ, ਤੇ ਜੋ ਸਾਨੂੰ ਦਿੰਦਾ ਉਹ ਸਾਨੂੰ ਮਿਲਦਾ ਹੈ। ਆਪਣਾ ਖੇਲ ਆਪ ਕਰਨੇ ਹਾਰ, ਆਪ ਆਪਣਾ ਖੇਲ ਕਰਦਾ ਹੈ ਤੇ ਆਪ ਹੀ ਕਰਨਾ ਹਾਰੇ। ਦੂਸਰ ਕੌਣ ਕਹੇ ਵਿਚਾਰ, ਦੂਜਾ ਬੰਦਾ ਉਹਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਵੀ ਮੈਂ ਰੱਬ ਜੀ ਤੁਹਾਨੂੰ ਸਲਾਹ ਦੇਣੀ ਚਾਹੁੰਦਾ ਹੈ। ਇੱਦਾਂ ਨਹੀਂ ਹੋ ਸਕਦਾ, ਉਹਨੇ ਆਪਣੀ ਮਰਜ਼ੀ ਨਾਲ ਕਰਨਾ ਜੋ ਕੁਛ ਕਰਨਾ, ਜੋ ਜਿਸ ਨੂੰ ਕਿਰਪਾ ਕਰੇ। ਪਰ ਇਹ ਗੱਲ ਬਹੁਤ ਸਤਿਗੁਰੂ ਜੀ ਦੀ ਪੱਕੀ ਹੈ ਕਿ ਜਿਹਦੇ ਉੱਪਰ ਕਿਰਪਾ ਕਰਦਾ ਹੈ ਤਿਸ ਆਪਣ ਨਾਮ ਦੇ, ਉਹਨੂੰ ਹੀ ਆਪਣਾ ਨਾਮ ਬਖਸ਼ਦਾ ਹੈ। ਵਡਭਾਗੀ ਨਾਨਕ ਜਨ ਸੇ, ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਉਹ ਜਨ, ਉਹ ਸੇਵਕ ਵੱਡਿਆਂ ਭਾਗਾਂ ਵਾਲੇ ਹੋ ਜਾਂਦੇ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਨਾਮ ਬਖਸ਼ਿਸ਼ ਕਰ ਦਿੰਦਾ ਹੈ। ਸਤਿਗੁਰੂ ਅੱਗੇ ਅਰਦਾਸ ਕਰੀਏ, ਮਹਾਰਾਜ ਕਿਰਪਾ ਕਰੋ ਸਾਡੇ ਜੀਵਾਂ ਦੇ ਉੱਪਰ, ਅਸੀਂ ਵੀ ਆਪਣੇ ਕਰਮ ਤੇ ਕਿਰਤ ਕਰਕੇ ਤੇਰੇ ਨਾਲੋਂ ਵਿਛੜ ਗਏ ਹਾਂ, ਆਪਣਾ ਨਾਮ ਬਖਸ਼ ਕੇ ਨਿਵਾਜੋ ਤਾਂ ਕਿ ਤੁਹਾਡੇ ਨਾਮ ਨੂੰ ਜਪ ਕੇ ਅਸੀਂ ਆਪਣਾ ਜੀਵਨ ਪਵਿੱਤਰ ਕਰ ਸਕੀਏ। ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ